स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅਕਸਰ ਹੀ ਇਹ ਕਿਹਾ ਜਾਂਦਾ ਕਿ ਸਿਆਸਤ ਦੇ ਵਿੱਚ ਇੰਨੀ ਗਿਰਾਵਟ ਆ ਗਈ ਹੈ ਕਿ ਨਿੱਜੀ ਹਮਲੇ ਕੀਤੇ ਜਾਂਦੇ ਨੇ। ਇਸ ਕਰਕੇ ਸਿਆਸਤ ਉਹ ਨਹੀਂ ਰਹੀ ਜੋ ਪਹਿਲਾਂ ਹੁੰਦੀ ਸੀ। ਸਿਆਸਤ ਹੁੰਦੀ ਸੀ ਮੁੱਦਿਆਂ ਤੇ, ਸਿਆਸਤ ਹੁੰਦੀ ਸੀ ਨੀਤੀਆਂ ਤੇ, ਪਰ ਹੁਣ ਜਿਹੜੀ ਸਿਆਸਤ ਹੈ ਉਹ ਹੇਠਲੇ ਪੱਧਰ ਦੀ ਸਿਆਸਤ ਹੋਣ ਲੱਗੀ ਹੈ। ਇਸੇ ਕਰਕੇ ਸਿਆਸਤਦਾਨਾਂ ਨੂੰ ਲੋਕ ਪਸੰਦ ਨਹੀਂ ਕਰਦੇ, ਪਰ ਕਈ ਵਾਰ ਲੋਕ ਜ਼ਿਆਦਾ ਪਸੰਦ ਉਹਨਾਂ ਨੂੰ ਵੀ ਕਰਦੇ ਨੇ ਜਿਹੜੇ ਸਿਆਸਤਦਾਨ ਜ਼ਿਆਦਾ ਹੀ ਕੁਝ ਬੋਲਦੇ ਨੇ, ਪਰ ਸ਼ਾਇਦ ਉਹ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਬਰਦਾਸ਼ਤ ਨਹੀਂ ਹੁੰਦੇ। ਅਜਿਹੀਆਂ ਕਈ ਵਾਰ ਉਦਾਹਰਨਾਂ ਸਾਡੇ ਸਾਹਮਣੇ ਆ ਚੁੱਕੀਆਂ ਨੇ। ਤਾਜ਼ਾ ਉਦਾਹਰਨ ਸਿਮਰਜੀਤ ਬੈਂਸ ਦੇ ਤੌਰ ਤੋਂ ਆਈ ਹੈ। डिप्टी कमिश्नर नाल उन्होंने तलख कलामी उन्होंने हुई है, तो जिस तो बाद उन्होंने खिलाफ परचा भी दर्ज होया, मामला भी दर्ज किया गया। और कैप्टन अमरिंदर सिंह साहब ने साफ कहा कि मेरी ध्यान दे विच भी सीगा ये पूरा मामला, तो मेरी रजामंदी दे नाल ही ये मामला दर्ज किया गया, क्योंकि किसी भी चुने हुए अफसर दे नाल चुनिया होया कोई नुमाइंदा इस तरह की बदसलूकी नहीं कर सकता। ये रवायत मैं पैण नहीं देनी, इस करके बड़ा जरूरी है कि उन्होंने परचा दर्ज किया जाए। पर यह पहली बार नहीं है कि किसी भी चुने हुए MLA ने या मंत्री ने किसी भी अफसर के नाल बदसलूकी की होवे। इस दी उदाहरणा पहला भी बड़ियां मिलदियां रही ने, पर सवाल ये भी खड़ा होंदा कि जे इन्हां ते कार्रवाई हुई है तो उन्हां ते कार्रवाई क्यों नहीं हुई। इस ते भी सोशल मीडिया ते भी काफ़ी चर्चा चल रही है। पर की वाकई ਅਸੀਂ ਜਦੋਂ ਕਹਿੰਦੇ ਕਿ ਅਫਸਰਸ਼ਾਹੀ ਦਾ ਇੰਨਾ ਬੇੜਾ ਗਰਕ ਹੋ ਚੁੱਕਿਆ ਹੈ ਔਰ ਸਾਨੂੰ ਹੁਣ ਖੁਦ ਜਾ ਕੇ ਅਜਿਹੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ, ਜਾਂ ਫਿਰ ਜਿਸ ਤਰ੍ਹਾਂ ਦਾ ਵਤੀਰਾ ਉਹਨਾਂ ਨੇ ਅਪਣਾਇਆ ਇੱਕ ਡਿਪਟੀ ਕਮਿਸ਼ਨਰ ਲਈ ਉਹ ਠੀਕ ਸੀਗਾ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਿੰਦੇ ਮਹਿਮਾਨਾਂ ਦੇ ਨਾਲ। ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਹਿਬ ਬੁਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਅੰਮ੍ਰਿਤਪਾਲ ਸਿੰਘ ਜੀ ਬੁਲਾਰ ਨੇ ਆਮ ਆਦਮੀ ਪਾਰਟੀ ਦੇ, ਗੁਰਪ੍ਰੀਤ ਢਿੱਲੋਂ ਸਾਹਿਬ ਬੁਲਾਰ ਨੇ BJP ਦੇ, ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਨੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਅੱਗੇ ਵਧਣ ਤੋਂ ਪਹਿਲਾਂ एक वीडियो तुहानूं दिखाने आ कि सिर्फ सिमरजीत बैंस नाल ये मसला संबंधित नहीं है, इस तो पहले भी कई बार अजिहियां गल्लां सामने आंदियां रहियां। चुने हुए नुमाइंदे इत्थों तक कि कैबिनेट मिनिस्टर भी पुलिस अफसरां दे नाल, स्कूल दे प्रिंसीपल नाल किस तरीके दे नाल, किस लहजे दे नाल गल्लां करदे रहे ते उन्हां दे खिलाफ की कार्रवाइयां होईयां, इस ते एक नज़र पा लैंदे। Nobody has the right to go into any offices, चाहे पुलिस ऑफिसर हो या सिविल ऑफिसर हो, और उत्थे जाके तुसी बदतमीजी करो अफसरां दे नाल। दिस इज एब्सोल्युटली इनकरेक्ट। सर मैं एसएचओ लगी है, कोई इत्थे बेइज्जती करवाउण वास्ते ही लगी होई कि एसएचओ लगी कोई रब तां नहीं लगदी। ਕਿਸੇ ਵੀ ਡਿਵੈਲਪਮੈਂਟ 'ਚ ਜਿੰਨਾ ਮਰਜ਼ੀ ਸਰਕਾਰ ਦਾ ਜਾਂ ਸਾਡਾ ਨੁਕਸਾਨ ਹੋਵੇ, ਤੂੰ ਨਹੀਂ ਇੰਟਰਫੇਅਰ ਕਰਨਾ, ਨਾ ਹੀ ਕੋਈ ਸੜਕ ਬਣੇਗੀ। ਸਰ ਇਹ ਹਾਈ ਕੋਰਟ ਦਾ ਕੇਸ ਹੈ ਜੀ, ਇਹਦੇ ਵਿੱਚ ਹਾਈ ਕੋਰਟ ਦਾ ਆਰਡਰ ਨੂੰ ਕਹਿੰਦੇ ਵੀ ਮੰਤਰੀ ਨਹੀਂ ਬਣਨ ਦਿੰਦਾ। ਇਮੀਡੀਏਟ ਸਸਪੈਂਡ ਕਰ ਦਿੰਦਾ ਤੈਨੂੰ, ਇਮੀਡੀਏਟ ਸਸਪੈਂਡ ਕਰ ਦਿੰਦਾ ਤੈਨੂੰ, ਇਮੀਡੀਏਟ ਸਸਪੈਂਡ ਕਰ ਦਿੰਦਾ ਤੈਨੂੰ, ਇਮੀਡੀਏਟ ਸਸਪੈਂਡ ਕਰ ਦਿੰਦਾ ਤੈਨੂੰ। Nobody has the right to go into any offices, ਚਾहे ਪੁਲਿਸ ऑफिसर हो या सिविल ऑफिसर हो, और ਉੱਥੇ ਜਾ ਕੇ ਤੁਸੀਂ ਬਦਤਮੀਜ਼ੀ ਕਰੋ ਅਫਸਰਾਂ ਦੇ ਨਾਲ। ਦਿਸ ਇਜ਼ ਐਬਸੋਲੂਟਲੀ ਇਨਕਰੈਕਟ। ਔਨ ਦੀ ਅਦਰ ਹੈਂਡ ਮੈਂ ਆਫਿਸਰਸ ਨੂੰ ਵੀ ਕਿਹਾ ਕਿ ਜਿਹੜੇ ਆਮ ਜਨਤਾ ਹੁੰਦੀ ਹੈ ਜਾਂ ਸਾਡੇ ਇਲੈਕਟਿਡ ਰਿਪਰੈਜ਼ੈਂਟੇਟਿਵ ਹੋਣਗੇ, ਉਹਨਾਂ ਨੂੰ ਪੂਰੀ ਰਿਸਪੈਕਟ ਦਿੱਤੀ ਜਾਵੇ। ਬਟ ਇਸ ਤਰੀਕੇ ਨਾਲ ਮੈਂ ਸਾਰੀ ਉਹਦੀ ਜਿਹੜੀ ਉਹ ਵਿਜ਼ੂਅਲ ਆਈ ਹੈ ਵੀਡੀਓ ਦੇ ਉੱਪਰ, ਮੈਂ ਸਭ ਕੁਝ ਦੇਖ ਕੇ ਤਾਂ ਮੈਂ ਆਪ ਪੁਲਿਸ ਨੂੰ ਕਹਿ ਕੇ ਕੇਸ ਰਜਿਸਟਰ ਕਰ। ਹੈਲੋ ਹਾਂਜੀ ਮੈਡਮ ML ਸਾਹਿਬ ਗੱਲ ਕਰਨਗੇ। ਹੈਲੋ ਹਾਂਜੀ ਸਰ। ਹਾਂਜੀ, अब ਤੁਸੀਂ ਆਪਣੇ ਬੰਦਿਆਂ ਨੂੰ ਇੱਥੇ ਤੰਗ ਕਰਨ ਲੱਗ ਗਏ, ਕੀ ਗੱਲ ਹੈ? ਸਰ ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ ਮੈਂ ਡਾਕੂਮੈਂਟ ਦੇ ਦੇ, ਉਹ ਤਾਂ ਮੈਨੂੰ ਕਹਿੰਦਾ ਤੂੰ ਕੌਣ ਹੁੰਦੀ ਡਾਕੂਮੈਂਟ ਮੰਗਣ ਵਾਲੀ। ਸਰ ਮੈਂ ਐਸਐਚਓ ਲੱਗੀ ਹੈ, ਕੋਈ ਇੱਥੇ ਬੇਇੱਜ਼ਤੀ ਕਰਵਾਉਣ ਵਾਸਤੇ ਹੀ ਲੱਗੀ ਹੋਈ ਕਿ ਐਸਐਚਓ ਲੱਗੀ ਕੋਈ ਰੱਬ ਤਾਂ ਨਹੀਂ ਲੱਗਦੀ ਤੂੰ। ਸਰ ਪਰ ਮੈਂ ਗੱਲ ਹੈ ਸਰ ਲੈਂਗੁਏਜ ਪਲੀਜ਼ ਮਾਈਂਡ ਯੂਰ ਲੈਂਗੁਏਜ ਪਾਰਟੀਕਲ ਕਰੋ। ਗੱਲ ਕਰਾਈ ਜਾਂਦਾ ਵੀ ਗੱਲ ਕਰਦੇ, ਤੂੰ ਗੱਲ ਨਹੀਂ ਕਰਦੀ। ਸਰ ਪਲੀਜ਼ ਸਰ ਆਦੀ ਲੈਂਗੁਏਜ ਯੂਜ਼ ਕਰ ਦੋ, ਉਸ ਤਰੀਕੇ ਨਾਲ ਗੱਲ ਕਰੋ। ਗੱਲ ਮੈਂ ਤਾਂ ਨਾ ਇਸ ਕਰਕੇ ਗੱਲ ਕਰਦੀ, ਫਿਰ ਮੈਨੂੰ ਉਸ ਤਰੀਕੇ ਨਾਲ ਗੱਲ ਕਰੋ। ਇੱਥੇ ਐਵੇਂ ਨਹੀਂ ਮੈਂ ਕੰਮ ਚੱਲਣ ਦੇਣਾ। ਆਦਾ ਪਰ ਜੁੱਲੀ ਬਿਸਤਰਾ ਬੰਦ ਰੱਖ, ਤੈਨੂੰ ਪਜਾ ਸਰ ਚਲ ਠੀਕ ਹੈ ਪਜਾ ਦੋ, ਕੋਈ ਨਾ। ਜਿਹਦੀ ਤੁਹਾਡੇ ਵਿੱਚ ਘਟ ਹੋਵੇ ਮੈਂ ਵੀ ਰਹਿ ਪਾਈ। ਹੈਲੋ ਸਤਿ ਸ਼੍ਰੀ ਅਕਾਲ ਸਰ। ਕੀ ਹਾਲ ਹੈ ਸੇਖੂ ਸਰ ਸਾਹਿਬ? ਮਿਹਰਬਾਨੀ ਹੋਊਗੀ ਸਰ। ਸੇਖੂ ਸਾਹਿਬ ਰਿਕਾਰਡਿੰਗ ਔਨ ਕਰੋ ਆਪਣੇ ਫੋਨ ਦੀ। ਇਹ ਆਲਵੇਜ਼ ਚੱਲਦੀ ਰਹਿੰਦੀ ਸਰ, ਹੁਕਮ ਦਿਓ। ਹਾਂ ਸੁਣੋ ਸਰ ਪੋਲਿਟਿਕਸ ਨਾ ਬੜੀ ਮਹਿੰਗੀ ਪੈਂਦੀ ਹੈ EMPLOYE ਨੂੰ। ਮੈਂ ਨਹੀਂ ਸਰ ਕੁਝ ਵੀ ਕਰ ਰਿਹਾ ਜੀ। ਜਿੰਨੀ ਜ਼ੋਰ ਨਾਲ ਕਰਕੇ ਦੇਖ ਸਕਦਾ ਨਾ ਕਰਕੇ ਦੇਖ ਲੈ। ਇੰਨਾ ਕਮਜ਼ੋਰ ਮੈਨੂੰ ਸਮਝੀ ਨਾ ਜਿੰਨਾ ਤੂੰ ਪੋਲਿਟਿਕਸ ਜੀ ਕਰਕੇ ਇੱਥੇ ਚੁਗਲ ਜਿਹਾ ਬਣਿਆ ਹੋਇਆ। ਰਾਈਟ ਸਰ। ਹੋਰ ਸਰ ਜਿੰਨੀ ਮਦਦ ਤੇਰੀ ਕਰਦੇ ਸੀ ਨਾ ਮਿੱਧ ਕੇ ਰੱਖ ਦਿਆਂਗੇ, ਕਿਸੇ ਕੋਲ ਨਹੀਂ ਬਚਾ ਹੋਏਗਾ ਤੇਰੇ ਕੋਲ। ਚਲੋ ਸਰ ਤੁਹਾਨੂੰ ਕੋਈ ਗਲਤ ਐਵੇਂ ਤੂੰ ਗਲਤ ਫਹਿਮੀ ਚ ਉਦੋਂ ਮੈਂ ਤੈਨੂੰ ਕਿਹਾ ਸੀ ਤੂੰ ਵਿੱਚ ਪਾਰਟੀ ਨਾ ਪੜੀ। ਕਾਹਦੇ ਵਿੱਚ ਸਰ?
ਆਪਣੀ ਪੁਲਿਸਿੰਗ ਤਾਂ ਹੀ ਰਹਿ, ਜੋ ਕੰਮ ਤੈਨੂੰ ਦਿੱਤਾ ਗਿਆ ਰਿਪੋਰਟਾਂ ਬਣਦੀਆਂ ਹੀ ਰਹਿੰਦੀਆਂ, ਇਹ ਆਪੇ ਕੀ ਕਰ ਲਾਂਗੇ। ਠੀਕ ਹੈ ਸਰ, ਤਾਂ ਫਿਰ ਵੀ ਮੈਨੂੰ ਮਾੜਾ ਗਾਈਡ ਕਰ ਦਿਓ ਕਿ ਕਿਹਦੇ ਬਾਰੇ ਕਹਿ ਰਹੇ ਹੋ। ਤੂੰ ਸਮਝਦਾ ਇੰਨਾ ਅਣਜਾਣ ਨਹੀਂ ਹੈ ਸਰ ਹੁਣ ਤੁਸੀਂ ਆਨ ਦੀ ਕਰਾ ਹੀ ਰਹੇ ਹੋ ਨਾ, ਤੁਸੀਂ ਜਿਹੜਾ ਦੱਸ ਦਿਓ, ਬੋਲ ਦਿਓ ਜੋ ਬੋਲਣਾ, ਤੁਸੀਂ ਆਪ ਕੀ ਰਿਕਾਰਡਿੰਗ ਤੇ ਕਰਾ ਲਓ, ਦੱਸੋਗੇ ਤੁਸੀਂ ਉਹ ਕਰੋ ਮੈਨੂੰ। ਹਾਂ ਤੂੰ ਬੜਾ ਚਤਰ ਬਣਦਾ ਆ, ਦੱਸੋ ਨਾ, ਕੋਈ ਰੀਜ਼ਨ ਤਾਂ ਦੱਸ ਦਿਓ ਕਿਸ ਗੱਲ ਤੇ। ਕੰਸਟੀਚੁਐਂਸੀ ਦੀ ਡਿਵੈਲਪਮੈਂਟ ਵਾਸਤੇ ਨਹੀਂ ਹੈ ਇੱਥੇ, ਮੈਂ ਡਿਵੈਲਪਮੈਂਟ ਵਾਸਤੇ ਹੀ ਹਾਂ ਸਰ। ਆਪਣੇ ਮਿਨਿਸਟਰ ਦੇ ਔਰ ਬਨੀ ਦੇ ਇੰਟਰਸਟ ਵਾਚ ਕਰਨ ਲਈ ਇੱਥੇ ਹੈ। ਬਿਲਕੁਲ ਨਹੀਂ ਸਰ, ਕਿਸੇ ਵੀ ਡਿਵੈਲਪਮੈਂਟ 'ਚ ਜਿੰਨਾ ਮਰਜ਼ੀ ਸਰਕਾਰ ਦਾ ਜਾਂ ਸਾਡਾ ਨੁਕਸਾਨ ਹੋਵੇ, ਤੂੰ ਨਹੀਂ ਇੰਟਰਫੇਅਰ ਕਰਨਾ, ਨਾ ਹੀ ਕੋਈ ਸੜਕ ਬਣੇਗੀ। ਸਰ ਇਹ ਹਾਈ ਕੋਰਟ ਦਾ ਕੇਸ ਹੈ ਜੀ, ਇਹਦੇ ਵਿੱਚ ਹਾਈ ਕੋਰਟ ਹਾਈ ਦਾ ਕੋਰਟ ਨੂੰ ਆਰਡਰ ਹੈ ਕਹਿੰਦੇ ਵੀ ਮੰਤਰੀ ਨਹੀਂ ਬਣਨ ਦਿੰਦਾ, ਹਾਈ ਕੋਰਟ ਦਾ ਕੇਸ ਮੈਨੂੰ ਪੜਾਉਣਾ ਹੈ। ਤੇਰੀਆਂ ਵਕਾਲਤਾਂ ਮੈਂ ਸਾਰੀਆਂ ਪੜੀਆਂ ਹੋਈਆਂ ਸਨ। ਉਹ ਸਾਰੇ ਹਾਈ ਕੋਰਟ ਦਾ ਕੇਸ ਹੈ, ਕਾਰਪੋਰੇਸ਼ਨ ਦੇ ਵਿੱਚ ਇੰਟਰਫੀਅਰ ਤੂੰ ਨਹੀਂ ਕਰੇਗਾ ਯਾਰ, ਤੂੰ ਨਹੀਂ ਕਰੇਗਾ। ਸਰ ਕਮਾਲ ਦੀ ਗੱਲ, ਮੈਂ ਕਿਸ ਤਰੀਕੇ ਨਾਲ ਉਹ ਕਰ ਸਕਦਾ ਜੀ ਉਹਨਾਂ ਨੂੰ। ਮੈਂ ਆਪਾਂ ਗੱਡੀ ਲੈ ਕੇ ਇੱਥੇ ਆ ਜਾਊਂਗਾ, ਤੂੰ ਉੱਥੇ ਆ, ਫਿਰ ਤੈਨੂੰ ਮੈਂ ਦੱਸਣਾ ਕਿਵੇਂ ਕਰੇਗਾ ਤੂੰ। ਇਮੀਡੀਏਟ ਸਸਪੈਂਡ ਕਰ ਦਿੰਦਾ ਤੈਨੂੰ, ਇਮੀਡੀਏਟ ਸਸਪੈਂਡ ਕਰ ਦਿੰਦਾ ਤੈਨੂੰ, ਇਮੀਡੀਏਟ ਸਸਪੈਂਡ ਕਰ ਦਿੰਦਾ ਤੈਨੂੰ, ਇਮੀਡੀਏਟ ਸਸਪੈਂਡ ਕਰ ਦਿੰਦਾ ਤੈਨੂੰ। ਕਿਹਦਾ ਤੁਸੀਂ ਦਿਖਾਇਆ ਨਾ ਤੁਹਾਡੇ ਕਹਿ ਕੇ ਆਇਆ ਨਾ ਇਹ ਨਹੀਂ ਕਾਰਡ ਦਿਖਾਇਆ, ਕਿੰਨੇ ਕਾਰਡ ਦਿਖਾਇਆ, ਕਿੱਥੇ ਦਿਖਾਇਆ ਨਹੀਂ ਤੁਹਾਨੂੰ ਪਤਾ ਡੈਕੋਰੇਸ਼ਨ ਕੋਡ ਟੀਪੀਐਸ ਕੌਣ ਹੋ ਸਕਦਾ ਨਹੀਂ, ਤੁਹਾਨੂੰ ਇਹ ਨਹੀਂ ਪਤਾ ਟੀਪੀਐਸ ਕੌਣ ਹੋ ਸਕਦਾ। ਚਲੋ ਚਲੋ ਨਹੀਂ ਕਰਦਾ ਜੀ, ਇਹ ਤਾਂ ਇਹਨਾਂ ਦੀ ਚੀਜ਼ ਹੈ ਮੈਡਮ ਜੀ, ਤੁਹਾਡੇ ਵਾਲੀ ਫਾਇਰ ਦੇ ਕੰਮ। ਇਹ ਸਾਰੀਆਂ ਵੀਡੀਓ ਦਿਖਾਉਣ ਦਾ ਮਕਸਦ ਇਹ ਨਹੀਂ ਹੈ ਕਿ ਸਿਮਰਜੀਤ ਬੈਂਸ ਨੇ ਜੋ ਕੀਤਾ ਉਹਨੂੰ ਜਸਟੀਫਾਈ ਕਰਨ ਦੀ ਇਹ ਕੋਸ਼ਿਸ਼ ਹੈਗੀ ਹੈ। ਜੋ ਸਿਮਰਜੀਤ ਬੈਂਸ ਨੇ ਕੀਤਾ ਉਹਦੇ ਖਿਲਾਫ ਜੇ ਕੋਈ ਕਾਨੂੰਨੀ ਕਾਰਵਾਈ ਹੋ ਰਹੀ ਹੈ ਤਾਂ ਠੀਕ ਹੈ, ਜੋ ਕਾਨੂੰਨ ਦੇ ਤਹਿਤ ਹੋਣੀ ਚਾਹੀਦੀ ਉਹ ਕਾਰਵਾਈ ਹੋਵੇ। ਪਰ ਸਵਾਲ ਤਾਂ ਇਹ ਖੜਾ ਹੁੰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ, ਇਹ ਵੀ ਇੱਕ ਵੱਡਾ ਸਵਾਲ ਹੈ। ਔਰ ਕਿਉਂ ਇੱਕ ਚੁਣੇ ਹੋਏ ਐਮਐਲਏ ਨੂੰ, ਇੱਕ ਨੁਮਾਇੰਦੇ ਨੂੰ, ਇੱਕ ਡਿਪਟੀ ਕਮਿਸ਼ਨਰ ਦੇ ਨਾਲ ਇਸ ਤਰ੍ਹਾਂ ਦੀ ਤਲਕ ਕਲਾਮੀ ਕਰਨੀ ਪਈ, ਇਸ ਤੇ ਵੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਤਾਰਨੀ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਵਾਕਈ ਜਦੋਂ ਅਸੀਂ ਬਿਊਰੋਕ੍ਰੇਸੀ ਦੀ ਗੱਲ ਕਰਦੇ ਹਾਂ, ਅਸੀਂ ਤਮਾਮ ਡਿਬੇਟਸ ਦੇ ਵਿੱਚ ਚਰਚਾ ਕਰਦੇ ਹਾਂ ਕਿ ਸਰਕਾਰਾਂ ਹੁਣ ਬਿਊਰੋਕ੍ਰੇਸੀ ਚਲਾ ਰਹੀ ਹੈ, ਬਿਊਰੋਕ੍ਰੇਸੀ ਦੇ ਹੱਥ ਹੁੰਦਾ ਕਿ ਕਿਸ ਤਰੀਕੇ ਨਾਲ ਕਿਹੜੀ ਚੀਜ਼ ਨੂੰ ਅੱਗੇ ਤੋਰਨਾ, ਔਰ ਇਸੇ ਕਰਕੇ ਬੜਾ ਜ਼ਰੂਰੀ ਹੋ ਗਿਆ ਕਿ ਬਿਊਰੋਕ੍ਰੇਸੀ ਨੂੰ ਵੀ ਸਿੱਧਾ ਕੀਤਾ ਜਾਵੇ। ਪਰ ਸਿੱਧਾ ਕਿਸ ਤਰੀਕੇ ਨਾਲ ਕੀਤਾ ਜਾਵੇ? ਕੀ ਇਹ ਤਰੀਕਾ ਠੀਕ ਹੈ ਜਿਹੜਾ ਬੈਂਸ ਸਾਹਿਬ ਨੇ ਵਰਤਿਆ? ਨਹੀਂ, ਇਹ ਬਿਲਕੁਲ ਠੀਕ ਨਹੀਂ ਹੈਗਾ। ਦੇਖੋ, ਜਿਹੜੀ ਬਿਊਰੋਕ੍ਰੇਸੀ ਵਾਲੀ ਗੱਲ ਹੈਗੀ ਆ, ਆਪਾਂ ਕੁਝ ਦਿਨ ਪਹਿਲਾਂ ਵੀ ਜਿਹੜਾ ਹੈਗਾ ਇਸੇ ਤੇ ਡਿਬੇਟ ਕਰਕੇ ਹਟੇ ਆ ਜੀ, ਔਰ ਉਸੇ ਦਾ ਹੀ ਕਿ ਇਹ ਮੇਰਾ ਖਿਆਲ ਹਿੱਸਾ ਹੈਗਾ। ਜਿਸ ਦਿਨ ਉੱਥੇ ਬਰੂਦ ਫਟਿਆ ਹੈਗਾ ਉਹਦਾ ਪਟਾਕਿਆਂ ਦਾ ਭੰਡਾਰ, ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਹੈਗਾ ਕਿ ਉਹ ਸਾਰਾ ਕੁਝ ਹੈਗਾ ਜਿਹੜਾ ਉਹ ਬਿਊਰੋਕ੍ਰੇਸੀ ਦੇ ਹੱਥ ਦੇ ਵਿੱਚ ਹੈਗਾ, ਕਿਉਂਕਿ ਉਹ ਇਹ ਜ਼ਿੰਮੇਵਾਰੀਆਂ ਲੈਣੀਆਂ ਨਹੀਂ ਚਾਹੁੰਦੇ। ਪਰ ਚਲੋ ਮੈਂ ਕਹਿੰਦਾ ਵੀ ਉਹਨਾਂ ਦਾ 100% ਹੈਗਾ ਯੋਗਦਾਨ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ। ਇਸ ਚੀਜ਼ ਦਾ ਜਿਹੜਾ ਹੈਗਾ ਕੈਪਟਨ ਸਾਹਿਬ ਨੂੰ ਲੈਣਾ ਚਾਹੀਦਾ। ਪਰ ਮੈਂ ਥੋੜੀ ਜੀ ਗੱਲ ਤੁਹਾਡੇ ਨਾਲ ਵੀ ਗੱਲਾਂ ਕਰਦਾ, ਤੁਸੀਂ ਇਹ ਜਿਹੜੀਆਂ 4-5 ਵਿਜ਼ੂਅਲ ਦਿਖਾਏ ਹੈਗੇ ਆ, ਇਹਨਾਂ ਦੇ ਵਿੱਚ ਇੱਕ ਕੈਪਟਨ ਸਾਹਿਬ ਦਾ ਵੀ ਦਿਖਾ ਦੇਣਾ ਸੀ, ਕਿਉਂਕਿ ਗੁਰਬਾਣੀ ਦੇ ਵਿੱਚ ਜਿੱਥੇ ਆਉਂਦਾ ਹੈਗਾ ਇਹ ਗੱਲ ਜ਼ਰੂਰ ਆਉਂਦੀ ਹੈਗੀ ਆ ਕਿ ਆਪਣੀ ਭਾਸ਼ਾ ਜਿਹੜੀ ਹੈਗੀ ਆ ਉਹ ਬਿਲਕੁਲ ਹਮੇਸ਼ਾ ਹੀ ਬਹੁਤ ਵਧੀਆ ਹੋਣੀ ਚਾਹੀਦੀ ਆ। ਔਰ ਖਾਸ ਤੌਰ ਤੇ ਜਿਹੜੇ ਲੋਕ ਤੁਸੀਂ ਦਿਖਾਏ ਆ, ਇਹ ਤਾਂ ਬਹੁਤ ਵੱਡੇ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਲੋਕ ਹੈਗੇ ਆ, ਇਹਨਾਂ ਦੀ ਭਾਸ਼ਾ ਤਾਂ ਬਹੁਤ ਅੱਛੀ ਹੋਣੀ ਚਾਹੀਦੀ ਆ। ਜੇ ਕੈਪਟਨ ਸਾਹਿਬ, ਉਹ ਕਹਿੰਦੇ ਹੁੰਦੇ ਨਾ ਜਿਹੀ ਜੀ ਕੋਕੋ ਉਹ ਜੇ ਕੋਕੋ ਦੇ ਬੱਚੇ, ਜੇ ਕੈਪਟਨ ਸਾਹਿਬ ਖੁੰਡਾ ਕਹਿ ਰਹੇ ਆ, ਖੁੰਡਾ ਚੱਕ ਕੇ ਮੈਂ ਖੁੰਡੇ ਨਾਲ ਆਹ ਕਰ ਦੂੰਗਾ, ਮੈਂ ਬਾਦਲਾਂ ਨੂੰ ਐ ਧੱਕ ਕੇ ਰੱਖ ਦੂੰਗਾ, ਮੈਂ ਐਂ ਕਰ ਦੂੰਗਾ, ਇਹ ਕਰ ਦੂੰਗਾ, ਉਹ ਕਰ, ਫਿਰ ਉਹਨਾਂ ਦੇ ਉਸ ਤਰ੍ਹਾਂ ਹੀ ਮੰਤਰੀਆਂ ਵਗੈਰਾ ਨੇ ਕਰਨਾ ਹੈਗਾ। ਕਾਰਨ ਸਾਹਿਬ ਦੋ ਫਰਕ ਹੈ, ਦੋਵਾਂ ਚੀਜ਼ਾਂ 'ਚ ਫਰਕ ਹੈ। ਫਰਕ ਇਹ ਹੈ ਕਿ ਇੱਕ ਸਿਆਸੀ ਬਦਕਲਾਮੀ ਕਰਨੀ, ਸਿਆਸੀ ਜਵਾਬਦੇਹੀ ਕਰਨੀ, ਸਿਆਸਤ ਪੱਖੋਂ ਤੁਸੀਂ ਜਿਹੜਾ ਮਰਜ਼ੀ ਜਵਾਬ ਦੇਈ ਜੋ, ਉਹ ਗੱਲ ਵੱਖਰੀ ਹੈ। ਪਰ ਅਫਸਰਾਂ ਦੇ ਨਾਲ, ਪੁਲਿਸ ਦੇ ਨਾਲ, ਅਧਿਆਪਕਾਂ ਦੇ ਨਾਲ, ਉਹਨਾਂ ਨਾਲ ਇਸ ਤਰ੍ਹਾਂ ਦਾ ਬੋਲਣਾ, ਦੋਵਾਂ ਦੇ ਵਿੱਚ ਫਰਕ ਤਾਂ ਹੈਗਾ ਨਾ? ਨਹੀਂ, ਫਰਕ ਦੇਖੋ ਹਰਪ੍ਰੀਤ ਜੀ, ਬਿਲਕੁਲ ਫਰਕ ਨਹੀਂ ਹੈਗਾ। ਦੇਖੋ, ਭਾਸ਼ਾ ਤੁਹਾਡੀ ਹਮੇਸ਼ਾ ਹੀ ਸ਼ਲੀਨ ਚਾਹੀਦੀ ਆ, ਹਮੇਸ਼ਾ ਹੀ ਸ਼ੁੱਧ ਚਾਹੀਦੀ ਆ, ਵਧੀਆ ਤਰੀਕੇ ਨਾਲ ਤੁਹਾਨੂੰ ਬੋਲਣਾ ਚਾਹੀਦਾ। ਚਾਹੇ ਤੁਸੀਂ ਆਪਣੇ ਬੱਚੇ ਨੂੰ ਵੀ ਤੁਸੀਂ ਜੀ ਕਹਿ ਕੇ ਬੋਲਦੇ ਹੈਗੇ ਆ, ਆਪ ਤੋਂ ਵੱਡੇ ਨੂੰ ਵੀ ਜੀ ਕਰਕੇ ਬੋਲਦੇ ਹੈਗੇ। ਜੇ ਤੁਸੀਂ ਥੋੜਾ ਜਿਹਾ ਤੁਸੀਂ ਲੂਜ਼ ਹੁੰਦੇ ਆ ਤੇ ਦੂਸਰਾ ਜਿਹੜਾ ਹੈਗਾ, ਜਿਹੜਾ ਤੁਹਾਡੇ ਥੱਲੇ ਵਾਲਾ ਹੈਗਾ, ਉਹ ਡਬਲ ਲੂਜ਼ ਹੋ ਜਾਂਦਾ। ਹੁਣ ਤੁਸੀਂ ਦੇਖੋ ਨਾ, ਜਿਹੜਾ ਇੱਕ ਮਿਸਟਰ ਗਵਾਇਆ ਜਿਹੜੇ ਬੋਲ ਰਹੇ ਹੈਗੇ ਆ, ਉਹਨਾਂ ਨੂੰ SHO ਇਹ ਕਹਿ ਰਹੀ ਹੈਗੀ ਆ, ਜਿਹੜੇ ਉਹਨੇ ਸ਼ਬਦ ਉੱਥੇ ਯੂਜ਼ ਕੀਤੇ ਹੈਗੇ ਆ ਵੀ ਜੇ ਤੁਹਾਡੇ 'ਚ ਦਮ ਹੋਇਆ ਤੁਸੀਂ ਦੇਖ ਲਿਓ। ਔਰ ਨੰਬਰ 2, ਮਾਈਂਡ ਯੋਰ ਲੈਂਗੁਏਜ।
ਹੁਣ ਤੁਸੀਂ ਇਹ ਦੇਖ ਲਓ ਵੀ ਫਿਰ ਘੁਬਾਇਆ ਸਾਹਿਬ ਕਰ ਲੈਂਦੇ, ਕੀ ਕਰਨਾ ਸੀ? ਆਪਣੀ ਇੱਜ਼ਤ ਆਪਣੇ ਹੱਥ ਹੀ ਹੈ। ਬਿਲਕੁਲ, ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ। ਤੁਸੀਂ ਕਿਸੇ ਨੂੰ ਜੀ ਕਹੋ, ਜੀ ਕਹਾਓ, ਔਰ ਤੁਸੀਂ ਕਾਗਜ਼ਾਂ ਦੇ ਨਾਲ ਜਿਹੜਾ ਕੁਝ ਮਰਜ਼ੀ ਕਰੋ, ਤੁਹਾਡਾ ਕਰੈਕਟਰ ਸਹੀ ਹੋਣਾ ਚਾਹੀਦਾ, ਤੁਸੀਂ ਕਰੈਕਟਰ ਦੇ ਮੁਤਾਬਕ ਚੱਲੋ। ਹੁਣ ਰਹਿ ਗਈ ਆਸ਼ੂ ਜੀ ਦੀ, ਆਸ਼ੂ ਜੀ ਦੀਆਂ ਤਾਂ ਕਿੰਨੀਆਂ ਹੀ ਆਲੀਆਂ। ਆਸ਼ੂ ਜੀ ਤਾਂ ਇਹ ਸੋਚਦੇ ਆ ਵੀ ਉਹ ਜਿਵੇਂ ਉਹਨਾਂ ਨੇ ਕਿਹਾ ਨਾ ਵੀ ਤੂੰ ਰੱਬ ਨਹੀਂ ਬਣ ਗਈ, ਤੂੰ ਉਹ ਰੱਬ, ਉਹ ਕਹਿੰਦੇ ਮੈਂ ਰੱਬ ਬਣਿਆ ਵਾ ਹੈਗਾ। ਚਾਹੇ ਦੇਖੋ, ਮੈਂ ਅੱਜ ਸਭ ਤੋਂ ਵੱਧ ਰਿਸਪੈਕਟ ਹੈ ਜਿਹੜੀ ਆਪਣੇ ਟੀਚਰ ਦੀ ਕਰਦਾ, ਚਾਹੇ ਉਹਨੇ ਮੈਨੂੰ ਪੜਾਇਆ ਜਾਂ ਨਾ ਪੜਾਇਆ। ਜੇ ਮੈਂ ਉਰੇ ਬੈਠਾ ਤਾਂ ਉਹਦੇ ਕਰਕੇ ਬੈਠਾ ਹੈਗਾ। ਜੇ ਤੁਸੀਂ ਟੀਚਰਾਂ ਨੂੰ ਵੀ ਇਸ ਤਰ੍ਹਾਂ ਬਦਤਮੀਜ਼ੀ ਨਾਲ ਬੋਲੋਗੇ, ਤੁਸੀਂ ਉਹਨਾਂ ਨੂੰ ਗਲਤ ਲਫ਼ਜ਼ ਯੂਜ਼ ਕਰੋਗੇ, ਤਾਂ ਤੁਸੀਂ ਇਹ ਤੋਂ ਗਲਤ ਕੀ ਹੋ ਸਕਦਾ? ਫਿਰ ਉਹ DSP ਵਾਲੀ ਹੈਗੀ, ਉਹਦੇ ਚ ਉਹਨੇ ਦੇਖੋ ਅਗਲੇ ਅਖਲਾਕ ਦੀ ਗੱਲ ਹੈਗੀ ਆ। ਸਭ ਤੋਂ ਵੱਧ ਅਸੀਂ ਲੋਕ ਅੱਜ ਜੇ ਕਿਸੇ ਦੀ ਰਿਸਪੈਕਟ ਕਰਦੇ ਆ, ਜੇ ਅਸੀਂ ਇਹ ਮੰਨਦੇ ਹੈਗੇ ਆ ਕਿ ਸਿਸਟਮ ਚੱਲ ਰਿਹਾ ਹੈਗਾ, ਡੈਮੋਕ੍ਰੇਸੀ ਚੱਲ ਰਹੀ ਹੈਗੀ ਆ, ਤਾਂ ਜੁਡੀਸ਼ਰੀ ਦਾ ਰੋਲ ਹੈਗਾ। ਅੱਜ ਉਹ ਹਾਈ ਕੋਰਟ ਨੂੰ ਵੀ ਕਹਿ ਰਿਹਾ ਹੈਗਾ, ਤਾਂ ਕਹਿਦੀ ਹਾਈ ਕੋਰਟ ਨੂੰ ਜਿਹੜਾ ਕੁਝ ਮੈਂ ਨਹੀਂ ਕਿਸੇ ਹਾਈ ਕੋਰਟ ਨੂੰ ਮੰਨਦਾ। ਕਿ ਜੋ ਬੈਂਸ ਦੇ ਖਿਲਾਫ ਪਰਚਾ ਵੀ ਦਰਜ ਹੋ ਗਿਆ, ਮਾਮਲਾ ਦਰਜ ਹੋ ਗਿਆ, ਔਰ ਲਗਭਗ ਇਸੇ ਤਰ੍ਹਾਂ ਦੀ ਉਹ ਗੱਲ ਸੀਗੀ ਜਿਹੜੀਆਂ ਆਪਾਂ ਵੀਡੀਓਜ਼ ਦਿਖਾਈਆਂ। ਫਿਰ ਇਹ ਦੋ ਤਰ੍ਹਾਂ ਦਾ ਚਿਹਰਾ ਕਿਉਂ ਹੈ? ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ, ਬੈਂਸ ਦੇ ਖਿਲਾਫ ਪਰਚਾ ਹੋ ਗਿਆ। ਹਰਪ੍ਰੀਤ ਜੀ, ਮੈਂ ਤਾਂ ਉਹੀ ਗੱਲ ਕਰਦਾ ਨਾ ਵੀ ਉਹ ਕਿਉਂਕਿ ਉਹ ਪਾਵਰ ਦੇ ਵਿੱਚ ਹੈਗੇ ਆ, ਉਹ ਤੇ ਉਹਨਾਂ ਨੂੰ ਜਿਹੜਾ ਹੈਗਾ ਨਜ਼ਰ ਅੰਦਾਜ਼ ਕਰ ਰਹੇ ਆ ਕੈਪਟਨ ਸਾਹਿਬ, ਤੇ ਇਹਨਾਂ ਦੇ ਉੱਤੇ ਜਿਹੜੇ ਹੈਗੇ ਆ ਪਰਚੇ ਦਰਜ ਕਰ ਰਹੇ ਹੈਗੇ ਆ। ਮੈਂ ਕਹਿੰਦਾ ਵੀ ਦੇਖੋ, ਬਿਊਰੋਕ੍ਰੇਸੀ ਵਾਲੀ ਤੁਸੀਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ, ਬਿਊਰੋਕ੍ਰੇਸੀ ਨੂੰ ਵੀ ਤੁਸੀਂ ਅੱਜ ਅੱਛਾ ਨਹੀਂ ਕਹਿ ਸਕਦੇ। ਬਿਊਰੋਕ੍ਰੇਸੀ ਨਹੀਂ ਰਹੀ ਹੈਗੀ, ਰਾਜਾਸ਼ਾਹੀ ਬਣੀ ਪਈ ਹੈਗੀ ਆ। ਤੁਸੀਂ ਦੇਖੋ, ਬਿਲਕੁਲ ਕੁਝ ਗੱਲਾਂ ਉਹਦੀਆਂ ਠੀਕ ਸੀ ਕਿ ਜਿਹੜਾ ਹੈਗਾ ਪਬਲਿਕ ਆਫਿਸ ਹੈਗਾ, ਜਿਹੜਾ ਮਰਜ਼ੀ ਪਬਲਿਕ, ਪਰ ਦੂਜੀ ਗੱਲ ਇਹ ਹੈਗੀ ਹੈ ਕਿ DC ਨੂੰ ਵੀ ਡੈਕੋਰਮ ਰੱਖਣਾ ਪਊਗਾ। ਉਹ ਵੀ ਡੈਕੋਰਮ ਦੇ ਵਿੱਚ ਰਹਿ ਕੇ ਕੋਈ ਨਾ ਕੋਈ ਆਏ ਤਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਅੰਦਰ ਵੜ ਜਾਣਗੇ। ਸੋ ਇਸ ਤਰ੍ਹਾਂ ਦੀ ਮੈਂ ਇਹ ਸਮਝਦਾ ਹੈਗਾ ਕਿ ਜਿਹੜੀ ਭਾਸ਼ਾ ਹੈਗੀ ਆ ਇਹ ਸਹੀ ਹੋਣੀ ਚਾਹੀਦੀ ਹੈ, ਚਾਹੇ ਉਹ ਕਾਂਗਰਸ ਦੀ ਹੈਗੀ ਹੈ, ਚਾਹੇ ਉਹ ਸਿਮਰਜੀਤ ਬੈਂਸ ਦੀ ਹੈਗੇ। ਦੂਜੀ ਗੱਲ, ਕੈਪਟਨ ਸਾਹਿਬ ਜਿਹੜੇ ਹੈਗੇ ਆ ਸਟੇਟ ਦੇ ਮਾਲਕ ਹੈਗੇ ਆ, ਜੇ ਉਹ ਅੱਜ ਸਿਮਰਜੀਤ ਬੈਂਸ ਤੇ ਪਰਚਾ ਦਰਜ ਕਰਦੇ ਆ ਤਾਂ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਕਿੰਤੂ ਪਰੰਤੂ ਜਾਂ ਇਹਨਾਂ ਦੇ ਉੱਤੇ ਇਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਆ ਕਾਰਵਾਈ ਕਰਨ। ਠੀਕ ਹੈ। ਅੰਮ੍ਰਿਤਪਾਲ, ਕੈਪਟਨ ਅਮਰਿੰਦਰ ਸਾਹਿਬ ਦੀ ਸਟੇਟਮੈਂਟ ਸੁਣੀ ਹੈ ਕਿ ਇੱਕ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੇ ਆ ਕਿ ਇਦਾਂ ਕਿਸੇ ਵੀ ਅਫਸਰ ਦੇ ਨਾਲ ਅੱਗੋਂ ਤੋਂ ਕੋਈ ਤਲਖ ਕਲਾਮੀ ਨਾ ਹੋਵੇ, ਬਦਤਮੀਜ਼ੀ ਨਾ ਵਰਤੀ ਜਾਵੇ। ਇਸੇ ਕਰਕੇ ਮੈਂ ਸਾਰੀ ਵੀਡੀਓ ਖੁਦ ਦੇਖੀ ਹੈ ਔਰ ਮੈਂ ਹੀ ਕਿਹਾ ਕਿ ਪਰਚਾ ਦਰਜ ਕੀਤਾ ਜਾਵੇ। ਇਹ ਹੋ ਸਕਦਾ ਹੈ ਕਿ ਇਹ ਵਾਲੀ ਵੀਡੀਓ ਤਾਂ ਉਹਨਾਂ ਨੇ ਦੇਖ ਲਈ, ਜਿਹੜੀਆਂ ਅਸੀਂ ਵੀਡੀਓ ਚਲਾਈਆਂ ਉਹ ਨਹੀਂ ਦੇਖੀਆਂ? ਨਹੀਂ, ਇਦਾਂ ਦਾ ਕਦੇ ਵੀ ਨਹੀਂ ਹੁੰਦਾ ਜੀ ਕਿਸੇ। ਮੈਂ ਇਹ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਵੀਡੀਓ ਉਹਨਾਂ ਨੇ ਸਾਰੀਆਂ ਦੇਖੀਆਂ ਹੋਣਗੀਆਂ। ਇਹ ਤਾਂ ਚਲੋ ਆਫੀਸਰਸ ਨੇ ਜਾਂ ਪੋਲੀਟੀਸ਼ੀਅਨ ਨੇ, ਇਹਨਾਂ ਦਾ ਆਪਸ ਵਿੱਚ ਬੜਾ ਗੂੜਾ ਰਿਸ਼ਤਾ ਹੁੰਦਾ। ਇੱਕ ਜਦੋਂ ਸਰਕਾਰ ਹੁੰਦੀ ਆ, ਕੋਈ ਵੀ ਪਾਵਰ 'ਚ ਹੁੰਦੀ ਆ, ਤਾਂ ਜਿੰਨੇ ਵੀ ਇਹ ਬਿਊਰੋਕ੍ਰੇਸੀ ਹੁੰਦੀ ਆ ਉਹਨਾਂ ਦੀ ਮਦਦ ਕਰਦੀ ਵੀ ਆ। ਜਿਹੜਾ ਵੀ ਬੰਦਾ ਪਾਵਰ 'ਚ ਹੁੰਦਾ ਹਮੇਸ਼ਾ ਉਹ ਦੂਜੇ ਨੂੰ, ਚਾਹੇ ਕੋਈ ਪੋਲੀਟੀਸ਼ੀਅਨ ਆਪੋਜੀਸ਼ਨ ਪਾਰਟੀ ਦਾ ਹੋਵੇ, ਚਾਹੇ ਕੋਈ ਅਫਸਰ ਸਰਕਾਰ ਟਾਈਮ ਉਹਦੀ ਪਾਵਰ ਹੋਵੇ, ਜਦੋਂ ਪਾਵਰ ਨਹੀਂ ਰਹਿੰਦੀ ਉਹਨਾਂ ਨੂੰ ਹਮੇਸ਼ਾ ਦਬਾਇਆ ਜਾਂਦਾ। ਇਹ ਤਾਂ ਚਲੋ ਆਪਾਂ ਗੱਲ ਕਰ ਲਈ ਜਿਹੜੀ ਲੋਕਾਂ ਦੇ ਵਿੱਚ ਕੈਪਟਨ ਸਾਹਿਬ ਨੇ ਚਲੋ ਪਰਚਾ ਕਰਾਤਾ, ਉਹਦੇ ਵਿੱਚ ਵੀ ਆਪਾਂ ਪੂਰੇ ਪੁਆਇੰਟ ਨੂੰ ਜੇ ਦੇਖੀਏ, ਉਹ 'ਚ ਕਿਸੇ ਜਗ੍ਹਾ ਤੇ ਆਫੀਸਰ ਸਹੀ ਨੇ ਆਪਣੇ, ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਵੀ ਇੱਕ ਡੈਕੋਰਮ ਹੁੰਦਾ ਵੀ ਆਪਾਂ ਐਂਟਰ ਨਹੀਂ ਕਰਨਾਗਾ। ਪਰ ਉਸ ਦੇ ਹਿਸਾਬ ਨਾਲ ਜੋ ਬੈਂਸ ਸਾਹਿਬ ਨੇ ਬੋਲਿਆ, ਉਹ ਉਹਨਾਂ ਦਾ ਲਹਿਜਾ ਬਹੁਤ ਗਲਤ ਸੀਗਾ। ਚਾਹੇ ਕੋਈ, ਜਿਵੇਂ ਸਰਦਾਰ ਸਾਹਿਬ ਨੇ ਕਿਹਾ ਵੀ ਚਾਹੇ ਕੋਈ ਛੋਟਾ ਵੀ ਬੱਚਾ ਹੋਵੇ, ਆਪਾਂ ਨੂੰ ਉਹਦੇ ਨਾਲ ਵੀ ਪਿਆਰ ਨਾਲ ਬੋਲਣਾ ਚਾਹੀਦਾ। ਬਟ ਇਹ ਉਹ ਬੋਲੇ ਕਿਉਂ? ਮਤਲਬ ਉਹਨਾਂ ਨੂੰ ਇਹ ਉਹਨਾਂ ਦਾ ਜਿਹੜਾ ਕੰਟੈਂਟ ਆ ਉਹ ਆਇਆ ਕਿੱਥੋਂ? ਇਹ ਆਇਆ ਤੁਹਾਡੇ ਪਹਿਲਾਂ ਆਫੀਸਰਸ ਨੇ ਪੁਰਾਣੇ, ਮੈਂ ਸਾਰੇ ਜਿੰਨੇ ਜ਼ਿਲ੍ਹਿਆਂ 'ਚ DC ਬੈਠੇ ਨੇ ਜਾਂ SSP ਬੈਠੇ ਨੇ ਜਾਂ ਕੋਈ ਵੀ ਚੇਅਰ ਤੇ ਡੈਮੋਕ੍ਰੇਸੀ ਦਾ ਕੋਈ ਵੀ ਬੰਦਾ ਬੈਠਾ, ਕਿ ਉਹ ਪਿਆਰ ਨਾਲ ਗੱਲ ਕਰਦਾ ਜਦੋਂ ਆਮ ਲੋਕ ਉਹਨਾਂ ਕੋਲ ਜਾਂਦੇ ਨੇ? ਕਿ ਉਹਨਾਂ ਨੂੰ ਬੜਾ ਵਧੀਆ ਹੈਂਡਲ ਕਰਦੇ ਨੇ? ਉਹ ਵੀ ਤਾਂ ਪੋਲੀਟੀਸ਼ੀਅਨ ਨੂੰ ਬੜਾ ਪਿੱਛੇ ਜੇ ਕਿੰਨੀਆਂ ਵੀਡੀਓ ਆਈਆਂ, ਤੁਸੀਂ ਚਾਹ ਪੀਓ ਜੀ, ਸਾਡੇ ਆਫਿਸ 'ਚ ਆਓ ਜੀ। ਮਤਲਬ ਜਦੋਂ ਕੁਝ ਗੱਲ ਬੈਂਸ ਸਾਹਿਬ ਗਲਤ ਇੱਥੇ ਨਿਕਲ ਗਏ ਵੀ ਇਸ ਵਾਰ ਇਹਨਾਂ ਦਾ ਜਿਹੜਾ ਪੰਗਾ ਪੈ ਗਿਆ, ਉਹ ਇੱਕ ਮੈਂ ਉਹਨਾਂ ਦਾ ਪੁਰਾਣਾ ਰਿਕਾਰਡ ਦੇਖਿਆ DC ਸਾਹਿਬ ਦਾ, ਉਹ 6 ਵਾਰ ਉਹਨਾਂ ਨੇ ਅਟੈਂਪਟ ਕੀਤਾ। ਇੱਕ ਗਰੀਬ ਫੈਮਿਲੀ 'ਚੋਂ ਆਉਂਦੇ ਨੇ ਉਹ ਉਹਨਾਂ ਲਈ ਗੱਲਾਂ ਨਹੀਂ। ਚਲੋ ਆਪਾਂ ਉਧਰ ਨਹੀਂ ਜਾਂਦੇ। ਇੱਕ ਹੋਰ ਸੀ, ਉਹਨਾਂ ਨੇ ਮੈਂ ਦੇਖਿਆ ਪਿੱਛੇ ਜੇ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਡਿਸਟ੍ਰਿਕਟ ਸੀਗਾ ਉਹ 'ਚ ਬੱਚਿਆਂ ਲਈ ਬੈਂਚ ਵੀ ਹੈ ਨਹੀਂ ਸੀਗੇ, ਉਹਨਾਂ ਨੇ ਪੂਰਾ ਇੱਕ NGO ਟਾਈਪ ਬਣਾ ਕੇ ਕਰੋੜ ਰੁਪਏ ਦਾ ਬਜਟ ਰੱਖ ਕੇ ਬੈਂਚ ਵੀ ਦਿੱਤੇ। ਪਰ ਬੈਂਸ ਸਾਹਿਬ ਨੂੰ ਇਹ ਬੋਲਣਾ ਕਿਉਂ ਪਿਆ? ਕਿਉਂਕਿ ਬਾਕੀ DC ਇੱਦਾਂ ਦੇ ਨਹੀਂ ਗਏ, ਕਿਉਂਕਿ ਪਿੱਛੇ ਵੀ ਕਈ ਮੁੱਦਿਆਂ ਤੇ ਅਸੀਂ ਜਾਣੇ ਰਹਿੰਦੇ ਆ, ਤਾਂ ਉਹ ਲੋਕਾਂ ਨਾਲ DC ਸਾਹਿਬ ਦਾ ਰਵੱਈਆ ਕੋਈ ਵਧੀਆ ਨਹੀਂ ਹੁੰਦਾ। ਤੇ ਦੂਜੀ ਗੱਲ, ਮੈਂ ਕੈਪਟਨ ਇੱਕ ਧਾਰਨਾ ਇਹ ਵੀ ਤਾਂ ਬਣੀ ਹੈ ਨਾ ਕਿ ਬੈਂਸ ਸਾਹਿਬ ਦਾ
ਰਵੱਈਆ ਹੀ ਇਹ ਹੈ ਕਿ ਜਿਸ ਤਰ੍ਹਾਂ ਮਰਜ਼ੀ ਜਾਂਦੇ ਨੇ, ਇੱਕ ਤਾਂ ਸਭ ਤੋਂ ਪਹਿਲਾਂ ਵੀਡੀਓ ਔਨ ਕਰਦੇ ਨੇ। ਅਸੀਂ ਪਿੱਛੇ ਜੇ ਦੇਖਿਆ ਪਟਵਾਰੀ ਹੋਵੇ, ਤਹਿਸੀਲਦਾਰ ਹੋਵੇ, ਲਗਾਤਾਰ ਇਹ ਦੇਖਿਆ ਕਿ ਉਹ ਇਸ ਤਰੀਕੇ ਨਾਲ ਗੱਲ ਕਰਦੇ ਨੇ, ਪਰ ਇਸ ਵਾਰ ਲੱਗਦਾ ਕਿ ਗੱਲ ਪੁੱਠੀ ਪੈ ਗਈ ਹੈ। ਇਸ ਵਾਰ ਪੁੱਠੀ ਗੱਲ ਇਦਾਂ ਪੈ ਗਈ ਜੀ, ਕਿਉਂਕਿ ਜਿਹੜੇ ਬਾਕੀ ਹੋ ਸਕਦਾ ਕਿਸੇ ਆਫੀਸਰ ਕੋਲ ਜਾਂਦੇ ਹੁਣ ਉਹਨਾਂ ਦੀ ਗਲਤੀ ਹੋਵੇ, ਪਰ ਇੱਥੇ ਜਦੋਂ ਜਾਂਦੇ ਗਏ ਉਹ ਤਾਂ ਜਿਹੜੇ ਉਹ ਆਫੀਸਰ ਸੀ ਉਹ ਬੜੇ ਵਧੀਆ ਲਹਿਜੇ ਨਾਲ ਗੱਲ ਕਰ ਰਹੇ ਆ। ਤੇ ਬਾਕੀ ਜੇ ਪੋਲੀਟੀਕਲ ਤੌਰ ਤੇ ਦੇਖੀਏ ਤਾਂ ਕੈਪਟਨ ਸਾਹਿਬ ਦਾ ਉਹਨਾਂ ਨਾਲ ਪਹਿਲਾਂ ਤੋਂ ਉਹਨਾਂ ਦੀ ਖੜਕਦੀ ਆ। ਆਪਾਂ ਤਾਂ ਮੈਂ ਵਿਧਾਨ ਸਭਾ 'ਚ ਤੁਸੀਂ ਵੀ ਦੇਖਦੇ ਹੋ, ਤੇ ਬਾਕੀ ਵਿਧਾਨ ਸਭਾ ਇੱਕ ਮੈਂ ਤੁਹਾਨੂੰ ਹੋਰ ਬਹੁਤ ਇੰਪੋਰਟੈਂਟ ਗੱਲ ਇੱਕ ਹੋਰ ਦੱਸਦਾ। ਚਲੋ ਇਹ ਤਾਂ ਆਡੀਓਜ਼ ਆ ਗਈਆਂ, ਤੁਸੀਂ ਪਹਿਲਾਂ ਵੀ 4-5 ਕਲਿੱਪ ਦਿਖਾਏ, ਇਹ ਵੀ ਬਹੁਤ ਵੱਡੀ ਗੱਲ ਆ ਵੀ ਵਾਕਿਆਂ ਤੇ ਕਾਰਵਾਈ ਕਿਉਂ ਨਹੀਂ ਹੋਈ। ਤੇ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਆ, ਸਭ ਤੋਂ ਵੱਧ ਇਹ ਜੋ ਕੁਝ ਵੀ ਹੋਇਆ ਜਾਂ ਪਰਚਾ ਦਰਜ ਹੋਇਆ ਇੱਕ ਕਾਨੂੰਨ ਦੇ ਅੰਡਰ ਹੋਇਆ, ਸੰਵਿਧਾਨ ਦੇ ਅੰਡਰ ਹੋਇਆ। ਪੰਜਾਬ ਦੇ ਵਿੱਚ ਜਾਂ ਕਿਤੇ ਵੀ ਸਟੇਟ ਦੇ ਵਿੱਚ ਸੰਵਿਧਾਨ ਹੁੰਦਾ ਜਿਹੜਾ ਉਹ ਪਾਰਲੀਮੈਂਟ ਤੋਂ ਸ਼ੁਰੂ ਹੁੰਦਾ, ਤੇ ਜਿਹੜਾ ਆਪਣਾ ਚੰਡੀਗੜ੍ਹ ਪਾਰਲੀਮੈਂਟ ਆ ਉਸ ਦੇ ਵਿੱਚ ਜਿੰਨੇ ਪੋਲੀਟੀਸ਼ੀਅਨ ਇਹਨਾਂ ਦੀ ਲੈਂਗੁਏਜ ਤੁਸੀਂ ਦੇਖੀ ਹੋਣੀ ਆ। ਆਪਾਂ ਇਹੋ ਜਿਹੀ ਲੈਂਗੁਏਜ ਯੂਜ਼ ਕਰਦੇ ਆ ਵੀ ਆਪਾਂ ਇੱਥੇ ਪਬਲਿਕਲੀ ਕਹਿ ਵੀ ਨਹੀਂ ਸਕਦੇ। ਉਦੋਂ ਤਾਂ ਕੈਪਟਨ ਸਾਹਿਬ ਸਾਹਮਣੇ ਬੈਠੇ ਹੁੰਦੇ ਆ ਕਿ ਉਦੋਂ ਕਿਸੇ ਤੇ ਐਕਸ਼ਨ ਹੁੰਦਾ, ਆਪਣੀ ਪਾਰਟੀ ਦੇ ਹੁੰਦੇ ਨੇ ਉਹ। ਠੀਕ ਹੈ, ਵਿਧਾਨ ਸਭਾ ਦੀ ਗੱਲ ਤੁਸੀਂ ਕਰ ਰਹੇ ਹੋ। ਚਲੋ ਮੈਂ ਵਾਪਸ ਆਣਾ। ਗੁਰਪ੍ਰੀਤ ਢਿੱਲੋਂ ਸਾਹਿਬ, ਇਹ ਜਿਹੜੀ ਕਾਰਵਾਈ ਹੋਈ ਹੈ ਕਈ ਤਰ੍ਹਾਂ ਕਹਿੰਦੇ ਨੇ ਕਿ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਹੈਗੀ ਹੈ, ਇਹ ਅੱਖੋਂ ਪਰੋਖੇ ਕੀਤੀ ਜਾ ਸਕਦਾ ਸੀ, ਮਸਲਾ ਐਡਾ ਵੱਡਾ ਨਹੀਂ ਸੀਗਾ ਜਿਸ ਨੂੰ ਇੰਨਾ ਵੱਡਾ ਬਣਾ ਦਿੱਤਾ ਗਿਆ। ਪਰ ਦੂਜੇ ਪਾਸੇ ਲੋਕ ਕੁਝ ਅਜਿਹੇ ਵੀ ਨੇ ਕਹਿੰਦੇ ਨੇ ਕਿ ਬੈਂਸਾ ਦੀ ਇਹ ਆਦਤ ਬਣ ਚੁੱਕੀ ਹੈ ਕਿ ਟਿਚ ਸਮਝਦੇ ਹੋਇਆ ਚੁਣੇ ਹੋਏ ਅਫਸਰ IAS PCS ਕਿਸੇ ਨੂੰ ਕੋਈ ਸਮਝਦੇ ਹੀ ਨਹੀਂ, ਵੀਡੀਓ ਔਨ ਕਰਕੇ ਜਨਤਕ ਬੇਇੱਜ਼ਤੀ ਕਰਦੇ ਨੇ। ਇਹ ਬੜਾ ਜ਼ਰੂਰੀ ਸੀ ਕਿ ਉਹਨਾਂ ਨੂੰ ਸਬਕ ਸਿਖਾਇਆ ਜਾਵੇ। ਬਿਲਕੁਲ ਠੀਕ ਗੱਲ ਹੈ। ਇੱਕ ਆਪਾਂ ਸਾਰਵਜਨਿਕ ਜੀਵਨ ਦੇ ਵਿੱਚ ਜਦੋਂ ਹੁੰਨੇ ਆ, ਚੁਣੇ ਹੋਏ ਨੁਮਾਇੰਦੇ ਹੁੰਨੇ ਆ, ਸਾਡੇ ਤੇ ਬੜੀਆਂ ਸਾਰੀਆਂ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ। ਲੋਕ ਤੁਹਾਨੂੰ ਦੇਖਦੇ ਨੇ, ਤੁਹਾਡਾ ਕੰਮ ਕਰਨ ਦਾ ਤਰੀਕਾ, ਤੁਹਾਡਾ ਗੱਲਬਾਤ ਕਰਨ ਦਾ ਤਰੀਕਾ, ਤੁਸੀਂ ਕਿਸ ਤਰੀਕੇ ਨਾਲ ਵਿਚਰਦੇ ਹੋ ਲੋਕਾਂ ਦੇ ਨਾਲ, ਜਾਂ ਕਿਸ ਤਰੀਕੇ ਨਾਲ ਹਰ ਇੱਕ ਇਸ਼ੂ ਨੂੰ ਹੈਂਡਲ ਕਰਦੇ ਹੋ। ਹੁਣ ਇੱਕ ਪਾਰਲੀਮੈਂਟਰੀ ਲੈਂਗੁਏਜ ਹੁੰਦੀ ਆ ਆਪਾਂ ਕਹਿੰਦੇ ਆ, ਔਰ ਇੱਕ ਅਨਪਾਰਲੀਮੈਂਟਰੀ ਲੈਂਗੁਏਜ। ਇੱਥੇ ਬੈਂਸ ਸਾਹਿਬ ਦਾ ਇੱਕ ਸਟਾਈਲ ਬਣ ਗਿਆ, ਜਾਂ ਉਹਨਾਂ ਨੇ ਆਪਣੇ ਆਪ ਨੂੰ ਇੱਕ ਸੋ ਕਾਲਡ ਇਦਾਂ ਦਾ ਪ੍ਰੋਡਿਊਸ ਕਰਤਾ ਕਿ ਉਹ ਹਰ ਵਕਤ ਅਨਪਾਰਲੀਮੈਂਟਰੀ ਲੈਂਗੁਏਜ ਜਿਹੜੀ ਆ ਉਹ ਯੂਜ਼ ਕਰਨਾ। ਪਰ ਲੋਕੀ ਤਾਂ ਬੜੀ ਪਸੰਦ ਕਰਦੇ ਆ, ਪਸੰਦ ਕਰਨ ਵਾਲੇ ਲੋਕੀ ਪਸੰਦ ਕਰਦੇ ਕਿ ਨਹੀਂ ਕਰਦੇ? ਬਹੁਤ ਬੜਾ ਵੱਡਾ ਤਬਕਾ ਜਿਹਾ ਵੀ ਹੈ ਜਿਹੜਾ ਇਹ ਭਾਸ਼ਾ ਨੂੰ ਪਸੰਦ ਵੀ ਕਰਦਾ ਹੈ, ਔਰ ਇਹ ਕਾਰਵਾਈ ਨੂੰ ਵੀ ਕਹਿੰਦਾ ਕਿ ਠੀਕ ਹੈ ਜੋ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਬਿਲਕੁਲ ਠੀਕ ਹੈ, ਕਿ ਉਹਦੇ ਪਿਓ ਦਾ ਦਫ਼ਤਰ ਥੋੜੀ ਹੈ। ਨਹੀਂ, ਪਰ ਗੱਲ ਸੁਣੋ, ਹਰ ਇੱਕ ਅਫਸਰ ਇੱਕੋ ਜਿਹਾ ਨਹੀਂ ਹੁੰਦਾ, ਤੇ ਨਾ ਹੀ ਹਰ ਇੱਕ ਪੋਲੀਟੀਸ਼ੀਅਨ ਇੱਕੋ ਜਿਹਾ ਹੁੰਦਾ। ਪਰ ਗੱਲ ਇਹ ਆ, ਸਾਰਵਜਨਿਕ ਜੀਵਨ ਦੇ ਵਿੱਚ ਜਦੋਂ ਤੁਸੀਂ ਇੱਕ ਗੱਲਬਾਤ ਦਾ ਲਹਿਜ਼ਾ ਜਿਹੜਾ ਉਹ ਘੱਟੋ ਘੱਟ ਉਹਨੂੰ ਉਹਦੇ ਇੰਨੀ ਕੁ ਮਰਿਆਦਾ ਜ਼ਰੂਰ ਹੋਣੀ ਚਾਹੀਦੀ ਹੈ। ਮਰਿਆਦਾ ਸ਼ਬਦ ਮੈਂ ਵਰਤੂੰਗਾ ਕਿ ਜਿਹਦੇ 'ਚ ਇਹ ਲੱਗੇ ਉਹ DC ਸਾਹਿਬ ਨਾਲ ਇੱਦਾਂ ਵੀ ਗੱਲ ਕਰ ਸਕਦੇ ਸੀ, ਨੋਰਮਲ ਢੰਗ ਨਾਲ ਵੀ, ਕੋਈ ਉਹਦੇ ਗਾਲੋ ਗਾਲੀ ਹੋਣ ਦੀ ਕੋਈ ਲੋੜ ਤਾਂ ਨਹੀਂ ਸੀ। ਔਰ ਜਦੋਂ ਕਿ ਦੇਖ ਰਹੇ ਆਪਾਂ ਕਿ DC ਬੜੇ ਆਰਾਮ ਨਾਲ ਗੱਲ ਕਰ ਰਿਹਾ, ਸਰ ਕਹਿ ਕੇ ਗੱਲ ਕਰ ਰਿਹਾ। DC ਸਾਹਿਬ ਨੇ ਕਿਹਾ ਵੀ ਸਰ ਮੈਂ ਪਲੀਜ਼ ਤੁਸੀਂ ਐਵੇਂ ਨਾ ਕਰੋ, ਤੇ ਤੂੰ ਤੇਰੇ ਪਿਓ ਦਾ ਦਫ਼ਤਰ ਹੈ, ਕਿਸੇ ਦੇ ਪਿਓ ਬਾਪ ਤੇ ਪਹੁੰਚਣਾ ਜਾਂ ਉਹਦੇ ਘਰ ਬਾਰੇ ਕਮੈਂਟ ਕਰਨਾ, ਦਿਸ ਇਜ਼ ਬੈਡ। ਔਰ ਜਦ ਕਿ ਅੱਜ ਜਿਵੇਂ ਭਾਈ ਸਾਹਿਬ ਨੇ ਦੱਸਿਆ, ਉਹ ਵਾਕਈ ਉਸ ਬੰਦੇ ਦੀ ਹਿਸਟਰੀ ਹੈ, ਬੜੇ ਗਰੀਬ ਘਰ ਚੋਂ ਨਿਕਲ ਕੇ ਉਹਨੇ ਬੜੀ ਮਿਹਨਤ ਕਰਕੇ ਇਸ ਅਹੁਦੇ ਤੱਕ ਪਹੁੰਚਿਆ। ਕੋਈ ਐਵੇਂ ਨਹੀਂ DC ਬਣ ਜਾਂਦਾ। IAS IPS ਬਣਨ ਵਾਸਤੇ ਬਹੁਤ ਪਾਪੜ ਵੇਲਣੇ ਪੈਂਦੇ ਆ। ਪਰ ਢਿੱਲੋਂ ਸਾਹਿਬ, ਆਪਾਂ ਇਹਦੇ ਪਿੱਛੇ ਦੀ ਕਹਾਣੀ ਨੂੰ ਇਗਨੋਰ ਨਹੀਂ ਨਾ ਕਰ ਸਕਦੇ। ਜੇ ਬੈਂਸ ਸਾਹਿਬ ਕਹਿੰਦੇ ਨੇ ਕਿ ਇਹਦੇ ਪਿੱਛੇ ਦੀ ਕਹਾਣੀ ਇਹ ਹੈ ਕਿ ਇੱਕ ਲਾਸ਼ ਮਿਲ ਨਹੀਂ ਰਹੀ, ਡਿਪਟੀ ਕਮਿਸ਼ਨਰ ਨੂੰ ਕਈ ਵਾਰ ਕਿਹਾ ਗਿਆ, ਤੇ ਡਿਪਟੀ ਕਮਿਸ਼ਨਰ ਅੱਗੋਂ ਕਹਿੰਦਾ ਕਿ ਕੋਈ ਵੀ ਛਾਂਟ ਕੇ ਲੈ ਜਾਓ ਤੁਸੀਂ ਲਾਸ਼। ਫਿਰ ਇੰਨੀ ਬੇਕਦਰੀ ਤੁਸੀਂ ਕਿਸੇ ਪਰਿਵਾਰ ਦੀ ਕਰ ਰਹੇ ਹੋ ਤਾਂ ਕੋਈ ਵੀ ਹੋਏਗਾ ਉਹਨੂੰ ਗੁੱਸਾ ਚੜੇਗਾ। ਨਹੀਂ, ਚਲੋ ਗੁੱਸਾ ਚੜੇਗਾ ਦਾ ਵੀ ਇੱਕ ਤਰੀਕਾ ਹੁੰਦਾ ਗੱਲ ਕਰਨ ਦਾ। ਮੈਂ ਠੀਕ ਆ, ਉਸ ਗੱਲ ਤੋਂ ਆਪਾਂ ਲਾਉਨੇ। ਹੁਣ ਤੁਸੀਂ ਕਾਰਵਾਈ ਉਹਨਾਂ ਤੇ ਹੋ ਗਈ, ਇਹ ਹਰ ਥਾਂ ਤੇ ਬੈਂਸ ਸਾਹਿਬ ਐਂ ਹੀ ਬੋਲਦੇ ਨੇ, ਹਰ ਥਾਂ ਤੇ ਉਹੀ ਸਟਾਈਲ ਉਹਨਾਂ ਦਾ, ਸੈਲਫ ਸਟਾਈਲ, ਵੀਡੀਓ ਬਣਾਉਣੀ, ਜਾ ਕੇ ਬੇਇੱਜ਼ਤੀ ਕਰਨੀ। ਹਰ ਬੰਦੇ ਦੀ ਇੱਜ਼ਤ ਹੁੰਦੀ ਹੈ, ਹਰ ਬੰਦੇ ਨੂੰ ਸੈਲਫ ਰਿਸਪੈਕਟ ਹੁੰਦੀ ਹੈ, ਹਰ ਇੱਕ ਦਾ ਇੱਕ ਜ਼ਮੀਰ ਹੁੰਦਾ। ਤੁਸੀਂ ਠੀਕ ਆ, ਕੋਈ ਗਲਤੀ ਹੋਈ ਹੈ ਤਾਂ ਤੁਸੀਂ ਉਹਨੂੰ ਡਾਂਟ ਸਕਦੇ ਹੋ, ਤੁਹਾਡਾ ਅਧਿਕਾਰ ਹੈ। ਪਬਲਿਕ ਦੀ ਆਵਾਜ਼ ਤੁਸੀਂ ਚੱਕ ਸਕਦੇ ਹੋ, ਮੈਂ ਵੀ ਪਬਲਿਕ ਦਾ ਨੁਮਾਇੰਦਾ ਹੈਗਾ, ਅਸੀਂ ਵੀ ਹਾਊਸ ਦੇ ਵਿੱਚ ਵੀ ਆਵਾਜ਼ ਚੱਕਦੇ ਹਾਂ, ਬਾਹਰ ਵੀ ਦਫ਼ਤਰਾਂ ਦੇ ਵਿੱਚ ਜਾ ਕੇ ਵੀ ਗੱਲ ਕਰਦੇ ਹਾਂ। ਪਰ ਇੱਕ ਤਰੀਕਾ ਹੁੰਦਾ ਗੱਲ ਕਰਨ ਦਾ, ਮਿਨੀਮਮ ਜਿਹੜਾ ਡਿਸਿਪਲਿਨ ਆ ਉਹ ਆਪਣੀ ਲੈਂਗੁਏਜ ਦੇ ਉੱਤੇ ਵੀ ਹੋਣਾ ਜ਼ਰੂਰੀ ਹੈ। ਠੀਕ ਹੈ। ਹੁਣ ਦੂਜੀ ਗੱਲ ਜਿਹੜੀ ਆਸ਼ੂ ਜੀ ਨੂੰ ਦਿਖਾ ਰਹੇ ਹੋ ਤੁਸੀਂ, ਕਿਸ ਤਰੀਕੇ ਨਾਲ ਮੰਤਰੀ ਹੋਣ ਦਾ ਇੰਨਾ ਕਾਕੜਪਣ ਕਾਹਦਾ ਯਾਰ? ਅੱਜ ਹੈਗੇ ਹੋ, ਕੱਲ ਨੂੰ ਨਹੀਂ ਰਹੋਗੇ, ਕੱਲ ਨੂੰ ਕੋਈ ਦੂਜਾ ਆ ਜਾਏਗਾ। ਜਦੋਂ ਤੁਸੀਂ ਕੁਰਸੀ ਦੇ ਉੱਤੇ ਨਹੀਂ ਹੋਵੋਗੇ ਤੁਹਾਨੂੰ ਕਿਹਨੇ ਪੁੱਛਣਾ? ਇਹ ਤਾਂ ਕੁਰਸੀ ਨੂੰ ਸਲਾਮ ਹੈ।
ਅੱਜ ਕੁਰਸੀ ਤੇ ਬੈਠੇ ਹੋ, ਮੰਤਰੀ ਹੈਗੇ ਹੋ, ਤੁਹਾਨੂੰ ਅਗਲਾ ਜੀ ਕਰਕੇ ਗੱਲ ਕਰ ਰਿਹਾ। ਕੱਲ ਨੂੰ ਤਾਂ ਨਾ ਤੁਸੀਂ ਕੁਰਸੀ ਤੇ ਹੋਵੋ ਤੇ ਤੁਸੀਂ ਘੱਟੋ ਘੱਟ ਆਪਣਾ ਵਿਹਾਰ ਤੇ ਇਹੋ ਜਿਹਾ ਬਣਾ ਕੇ ਰੱਖੋ ਵੀ ਜਦੋਂ ਤੁਸੀਂ ਨਾ ਵੀ ਪਾਵਰ ਚ ਹੋਵੋ, ਅਗਲਾ ਤਾਂ ਵੀ ਤੁਹਾਡੇ ਨਾਲ ਇੱਜ਼ਤ ਨਾਲ ਗੱਲ ਕਰੇ। ਜਦੋਂ ਮੈਂ ਆਪਣੇ ਜਦੋਂ ਆਫਿਸ ਦੇ ਵਿੱਚ ਜਾਣਾ ਤੇ ਮੈਨੂੰ ਬਾਹਰ ਜੇ ਕੋਈ ਸਿਕਿਉਰਿਟੀ ਵਾਲਾ ਸਲੂਟ ਕਰਦਾ, ਮੈਂ ਸਲੂਟ ਦਾ ਜਵਾਬ ਸਲੂਟ ਨਾਲ ਦੇਣਾ, ਕਿਉਂਕਿ ਇਹ ਸਲੂਟ ਮੈਨੂੰ ਨਹੀਂ ਵੱਜ ਰਹੀ, ਇਹ ਸਲੂਟ ਮੇਰੇ ਬਾਬੇ ਨੂੰ ਵੱਜ ਰਹੀ ਹੈ, ਜਿਹਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਜਾਂ ਜਿਹਨੇ ਮੈਨੂੰ ਇਸ ਔਕਾਤ ਦਾ ਮਾਲਕ ਬਣਾਇਆ। ਜਿੱਦਣ ਆਹ ਹੰਕਾਰ ਵਿੱਚੋਂ ਨਿਕਲ ਜਾਏਗਾ ਔਰ ਨਿਮਰਤਾ ਆਹ ਵਾਲੀ ਆ ਜਾਏਗੀ ਨਾ ਕਿ ਤੁਸੀਂ ਆਪਣੇ ਆਪ ਕੁਝ ਨਹੀਂ ਹੋ, ਤੁਹਾਨੂੰ ਪਬਲਿਕ ਨੇ ਬਣਾਇਆ ਜਾਂ ਤੁਹਾਡੇ ਪ੍ਰਮਾਤਮਾ ਨੇ ਤੁਹਾਨੂੰ ਇਹ ਤੌਫੀਕ ਬਖਸ਼ੀ ਹੈ, ਉਦੋਂ ਤੁਹਾਡੇ 'ਚ ਨਿਮਰਤਾ ਆਊਗੀ, ਤੁਸੀਂ ਹਰ ਇੱਕ ਨਾਲ ਵਿਹਾਰ ਕਰਨਾ ਸਹੀ ਰੱਖੋਗੇ। ਠੀਕ ਹੈ, ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਪ੍ਰੋਫੈਸਰ ਮਨਜੀਤ ਜੀ, ਇਸ ਪੂਰੇ ਕਾਰੇ ਤੋਂ ਬਾਅਦ ਅਕਸਰ ਹੀ ਅਸੀਂ ਅਜਿਹੀਆਂ ਵੀਡੀਓ ਦੇਖਦੇ ਰਹੇ, ਪਰ ਇਹ ਪਹਿਲੀ ਵਾਰੀ ਸ਼ਾਇਦ ਹੋਇਆ ਕਿ ਡਿਪਟੀ ਕਮਿਸ਼ਨਰ ਦੇ ਸਾਰਾ ਅਮਲਾ ਸਾਰੇ ਪੰਜਾਬ ਦੇ ਵਿੱਚੋਂ ਹੜਤਾਲ ਤੇ ਚਲੇ ਗਏ, ਕਲਮ ਛੋੜ ਅੰਦੋਲਨ ਉਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਇਹਨਾਂ ਦੀ ਵਿਧਾਇਕੀ ਖਤਮ ਕੀਤੀ ਜਾਵੇ, ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਤੁਹਾਨੂੰ ਕਿਹੜਾ ਧਿਰ ਠੀਕ ਲੱਗਦੀ ਹੈ ਇਸ ਪੂਰੇ ਮਸਲੇ ਦੇ? ਨਹੀਂ, ਧਿਰ ਤੇ ਚਲੋ ਸਾਰੀਆਂ 'ਚ ਗਲਤੀਆਂ ਸਾਰੇ ਠੀਕ ਵੀ ਹੈਗੇ ਆ, ਪਰ ਓਵਰਆਲ ਜਿਹੜਾ ਇਸ ਕੇਸ ਦਾ ਬੈਂਸ ਸਾਹਿਬ ਦਾ ਜਿਹੜਾ ਉੱਥੇ ਹੋਇਆ ਤੇ ਉਹਦੀ ਬੜਾ ਜ਼ਿਆਦਾ ਰੋਸ਼ ਪ੍ਰਗਟ ਹੋਣਾ, ਉਹਦਾ ਇੱਕ ਕਾਰਨ ਇਹ ਵੀ ਹੈ ਕਿ ਬੈਂਸ ਸਾਹਿਬ ਬਾਰੇ ਇੱਕ ਪਰਸੈਪਸ਼ਨ ਬਣ ਗਈ ਹੈ ਕਿ ਉਹ ਅਕਸਰ ਇੰਜ ਕਰਦੇ ਆ, ਤੇ ਇਸ ਕਰਕੇ ਕਈ ਵਾਰੀ ਉਹ ਮਹਿੰਗਾ ਵੀ ਪੈਂਦਾ ਹੈ, ਕਿਉਂਕਿ ਜੇ ਕੋਈ ਅਫਸਰ ਥੋੜਾ ਠੀਕ ਹੋਏ ਜਾਂ ਅਫਸਰ ਵੀ ਅੱਗੇ ਦਿਬਾਂਗ ਹੋ ਜਾਏ ਕਹਿ ਦਿਓ ਤੁਸੀਂ, ਜਾਂ ਜਿਹਦੇ ਤੇ ਸਰਕਾਰ ਦਾ ਹੱਥ ਜ਼ਿਆਦਾ ਤਕੜਾ ਹੋਏ, ਤੇ ਉਹ ਫਿਰ ਕਹਿੰਦਾ ਚੰਗਾ ਆਓ ਫਿਰ ਅਸੀਂ ਵੀ ਦੇਖਦੇ ਹਾਂ। ਤੇ ਇਸ ਕਰਕੇ ਰਾਜਨੀਤੀ ਤੋਂ ਪ੍ਰੇਰਿਤ ਤੇ ਸਾਰੀ ਚੀਜ਼ ਹੈਗੀ ਹੈ। ਇਹ ਗੱਲ ਬੜੀ ਸੌਖੀ ਆ ਕਹਿਣੀ ਔਰ ਚੰਗੀ ਵੀ ਲੱਗਦੀ ਆ ਕਿ ਸਾਨੂੰ ਬੜਾ ਆਈਡੀਅਲ ਹੋਣਾ ਚਾਹੀਦਾ ਆ, ਸਾਨੂੰ ਬੜੇ ਬੀਬੇ ਹੋਣਾ ਚਾਹੀਦਾ, ਸਾਨੂੰ ਸਮਾਜ ਦੇ ਵਿੱਚ ਰਾਜਨੀਤਿਕ ਲੋਕਾਂ ਨੂੰ ਰੋਲ ਮਾਡਲ ਹੋਣਾ ਚਾਹੀਦਾ, ਬਿਊਰੋਕ੍ਰੇਸੀ ਨੂੰ ਬੜਾ ਕੋਆਪਰੇਟਿਵ ਹੋਣਾ ਚਾਹੀਦਾ, ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ, ਦਰਕਾਰਨਾ ਨਹੀਂ ਚਾਹੀਦਾ। ਇਹ ਗੱਲਾਂ ਕਰਨ ਨੂੰ ਬੜੀਆਂ ਚੰਗੀਆਂ ਲੱਗਦੀਆਂ, ਪਰ ਅਸਲੀਅਤ ਆਪਾਂ ਸਾਰੇ ਜਾਣਦੇ ਆ, ਜਿਹਦੇ ਹੱਥ ਰਾਜਨੀਤਿਕ ਸੱਤਾ ਆਉਂਦੀ ਆ ਉਹਦਾ ਉਹ ਜਿੰਨਾ ਮਿਸਯੂਜ਼ ਕਰ ਸਕਦੇ ਆ ਕਰਦੇ ਆ। ਉਹ ਆਪੋ ਆਪਣੇ MLA ਤੁਸੀਂ ਟੀਵੀਆਂ ਤੇ ਦਿਖਾਉਂਦੇ ਰਹਿੰਦੇ ਆ, ਸਾਨੂੰ ਪਤਾ ਲੱਗਦਾ, ਉਹ ਕਹਿੰਦੇ ਕਿ ਮੇਰੇ ਏਰੀਏ ਦੇ ਵਿੱਚ ਮੇਰੇ ਹਲਕੇ 'ਚ ਫਲਾਨਾ SHO ਆਉਣਾ ਚਾਹੀਦਾ, ਮੇਰੇ ਜ਼ਿਲ੍ਹੇ ਦੇ ਵਿੱਚ ਫਲਾਨਾ DC ਆਉਣਾ ਚਾਹੀਦਾ, ਫਲਾਨਾ ਅਫਸਰ ਲੱਗਣਾ ਚਾਹੀਦਾ, ਕਿਉਂਕਿ ਮੈਂ ਲੋਕਾਂ ਦੇ ਕੰਮ ਕਰਾਉਣੇ। ਹੁਣ ਲੋਕਾਂ ਦੇ ਕੰਮ ਕੀ ਹੁੰਦੇ? ਵੋਟਾਂ ਹੁੰਦੀਆਂ ਕਿ ਗਲਤ ਕੰਮ ਕਰਾਉਣੇ ਆ, ਠੀਕ ਜ਼ਿਆਦਾ ਗਲਤ ਹੁੰਦੇ ਆ, ਘੱਟ ਠੀਕ ਹੁੰਦੇ ਆ। ਇਸ ਕਰਕੇ ਜਿਸ ਕਿਸਮ ਦਾ ਸਾਡਾ ਸਿਸਟਮ ਬਣ ਗਿਆ, ਇਹ ਅਜੇ ਵੀ ਕਹਿਣ ਨੂੰ ਤੇ ਡੈਮੋਕ੍ਰੇਸੀ ਲੋਕਤੰਤਰ ਆ, ਜਿਹਨੂੰ ਕਾਨੂੰਨ ਦਾ ਰਾਜ ਕਹਿੰਦੇ ਆ ਜਾਂ ਸੰਵਿਧਾਨ ਦਾ ਰਾਜ ਕਹਿੰਦੇ ਆ, ਪਰ ਅਸਲੀਅਤ ਇਹ ਹੈ ਕਿ ਦਬੰਗੀ ਨਾਲ ਹੀ ਚੱਲ ਰਿਹਾ। ਜਿਹਦੇ ਕੋਲ ਜਿਹੜੀ ਸੱਤਾ ਕੈਬਨਿਟ ਮਿਨਿਸਟਰ ਆ ਤੇ ਉਹ ਹੋਰ ਤਕੜਾ ਚੌੜਾ ਹੋ ਕੇ ਚੱਲਦਾ, ਜੇ ਕੋਈ ਚੀਫ ਮਿਨਿਸਟਰ ਹੋ ਤੇ ਬਿਲਕੁਲ ਹੀ ਰਾਜੇ ਵਾਂਗੂ ਚੱਲਦਾ, ਜੇ ਕੋਈ ਥੱਲੇ MLA ਉਹਦੀ ਘੱਟ ਚੱਲਦੀ, ਉਹ ਰੋਂਦਾ ਵੀ ਰਹਿੰਦਾ ਪਰ ਚੱਲਦਾ ਉਹਦੀ ਵੀ ਜਿੰਨੀ ਕੁ ਚੱਲਦੀ ਹੈ। ਪਰ ਚੱਲਦੇ ਧੱਕੇ ਨਾਲ ਆ ਵੀ ਮੇਰੇ ਕੋਲ ਤੱਕ ਮੇਰੇ ਤੇ ਕੋਈ ਕਾਨੂੰਨ ਨਹੀਂ ਹੈਗਾ, ਮੈਂ ਕਾਨੂੰਨ ਲੋਕਾਂ ਨੂੰ ਸਾਰਿਆਂ ਨੂੰ ਦੱਸਣਾ। ਔਰ ਬਿਊਰੋਕ੍ਰੇਸੀ ਦਾ ਵੀ ਇਹਦੇ 'ਚ ਕਸੂਰ ਹੈਗਾ, ਉਹ ਵੀ ਆਪਣੇ ਸੁੱਖ ਸੁਵਿਧਾ ਦੇ ਲਈ, ਆਪਣੇ ਟੱਬਰ ਪਾਲਣ ਲਈ, ਆਪਣੇ ਗਾਂ ਹੋਰ ਇੱਕ IAS ਹੈ ਤੇ ਹੋਰ 10 ਨੂੰ IAS ਬਣਾਉਣ ਲਈ, ਉਹ ਵੀ ਜੇ ਹਿਜ਼ ਮਾਸਟਰ ਵਾਇਸ ਵਾਲੀ ਗੱਲ ਆ ਕਿ ਜੋ ਉਹ ਜਿਸ ਤਰ੍ਹਾਂ ਨਚਾਉਣਾ ਚਾਹੁੰਦੇ ਆ ਰਾਜਨੀਤਿਕ ਲੋਕ ਉਂਝ ਉਹ ਨੱਚਦੇ ਆ। ਬਹੁਤ ਥੋੜੇ ਬੰਦੇ, ਪਰ ਮੈਂ ਇਹ ਤਿੰਨੇ ਕੈਟੇਗਰੀਆਂ 'ਚ, ਭਾਵੇਂ ਉਹ IPS ਅਫਸਰ ਆ, ਭਾਵੇਂ ਉਹ IAS ਹੈਗੇ, PCS ਹੈਗੇ, ਜਿਹਨੂੰ ਅਫਸਰਸ਼ਾਹੀ ਕਹਿੰਦੇ ਆ, ਜਾਂ ਪੋਲੀਟੀਸ਼ੀਅਨ, ਤਿੰਨਾਂ 'ਚ ਬਹੁਤ ਵਧੀਆ ਬੰਦੇ ਵੀ ਰਹੇ ਆ। ਜਿਸ ਤਰ੍ਹਾਂ AK ਰॉय ਝਾਰਖੰਡ ਤੋਂ ਹੁੰਦਾ ਸੀ, ਕੁੱਲੀ 'ਚ ਰਿਹਾ ਸਾਰੀ ਉਮਰ, 3 ਵਾਰੀ ਇੰਡੀਪੈਂਡੈਂਟ ਸਾਂਸਦ ਰਿਹਾ, ਉਹ ਪਿੱਛੇ ਜੇ 2 ਮਹੀਨੇ ਉਹਦੇ ਡੈਥ। ਸਤਪਾਲ ਡੰਗ ਤੁਹਾਡੇ ਛਾਟੇ ਤੋਂ ਹੁੰਦਾ ਸੀਗਾ, ਮਜ਼ਦੂਰਾਂ ਦਾ ਲੀਡਰ ਸੀਗਾ, ਪਤਾ ਹੀ ਨਹੀਂ ਲੱਗਦਾ ਸੀ ਕਿ ਉਹ MLA ਕਿ ਕਿੱਦਾਂ, ਕਦੀ ਕੋਈ ਇਹੋ ਜਿਹੀ ਗੱਲ ਨਹੀਂ ਸੀ ਹੁੰਦੀ। ਇਸ ਕਰਕੇ ਲੀਡਰਾਂ ਦੀ ਗੱਲ ਕਰ ਲਓ, ਲੀਡਰਾਂ ਦੇ ਵਿੱਚੋਂ CM ਰਹੇ ਨੇ, ਫਿਰ ਵੀ ਸਕੂਟਰ ਤੇ ਚੱਲਦੇ ਰਹੇ। ਬਿਲਕੁਲ, ਮੈਂ ਕਹਿੰਦਾ ਕਿ ਇਹੋ ਜਿਹੇ ਤੁਹਾਨੂੰ ਲੀਡਰ ਮਿਲ ਜਾਣਗੇ ਜਿਨ੍ਹਾਂ ਦੇ ਬਾਰੇ ਕੋਈ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਲੁੱਟ ਖਸੁੱਟ ਦਾ। ਮਨਜੀਤ ਸਿੰਘ, ਜਿਹੜੀ ਤੁਸੀਂ ਪਰਸੈਪਸ਼ਨ ਦੀ ਗੱਲ ਕੀ ਹੈ ਕਿ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਔਰ ਉਸ ਪਰਸੈਪਸ਼ਨ 'ਚ ਇਹੀ ਲੱਗਦਾ ਕਿ ਯਾਰ ਇਹਦੀ ਤਾਂ ਆਦਤ ਹੀ ਬਣ ਚੁੱਕੀ ਹੈ, ਵਾਕਈ ਇਹ ਗਲਤ ਹੋਣਾ। ਅਸੀਂ ਤਹਿਸੀਲਦਾਰ ਬੈਨੀਪਾਲ ਵਾਲਾ ਮਾਮਲਾ ਵੀ ਯਾਦ ਕਰ ਲਈ, ਜਦੋਂ ਕੁੱਟਮਾਰ ਹੋਈ ਸੀਗੀ, ਔਰ ਅੱਜ ਵੀ ਉਹ ਕਹਿੰਦੇ ਨੇ ਕਿ ਉਹ ਅਜਿਹੀ ਭਾਸ਼ਾ ਜਾਂ ਹਿੰਸਕ ਹੋਣਾ, ਭਾਵੇਂ ਜਿੰਨੀ ਮਰਜ਼ੀ ਤੁਸੀਂ ਜਨਤਾ ਦੀ ਆਵਾਜ਼ ਬਣੋ ਜਾਂ ਜਨਤਾ ਦੀ ਆਵਾਜ਼ ਚੁੱਕਦੇ ਹੋ, ਇਹ ਕਿੱਥੇ ਤੱਕ ਜਾਇਜ਼ ਹੈਗੀਆਂ ਚੀਜ਼ਾਂ? ਨਹੀਂ, ਬਿਲਕੁਲ ਠੀਕ ਤੁਸੀਂ ਕਹਿੰਦੇ, ਇਹ ਜਾਇਜ਼ ਤੇ ਬਿਲਕੁਲ ਹੀ ਨਹੀਂ ਹੈਗਾ। ਇਹ ਗੁੱਟ ਟਾਈਪੇ ਦਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਿਹੜਾ ਲੁਧਿਆਣੇ 'ਚ ਹੋਇਆ ਸੀ, ਔਰ ਉਹਨਾਂ ਦਾ ਇੱਕ ਆਪਣਾ ਸਟਾਈਲ ਹੈਗਾ ਇਹ ਕੰਮ ਕਰਨ ਦਾ। ਉਹ ਮੈਂ ਇਹੀ ਗੱਲ ਕਹਿੰਦਾ, ਇਹ ਫਿਊਡਲ ਸਟਾਈਲ ਹੈ, ਇਹ ਇੱਕ ਲੋਕਤੰਤਰਿਕ ਸਟਾਈਲ ਨਹੀਂ ਗਾ, ਇਹ ਪਾਪੂਲਰ ਲੀਡਰ ਵਾਲਾ ਸਟਾਈਲ ਨਹੀਂ ਗਾ, ਇਹ ਦਬੰਗੀ ਵਾਲਾ ਹੈਗਾ। ਦਬੰਗੀ ਦਾ ਮਤਲਬ ਕਿ ਜੇ ਮੈਂ ਤਕੜੇ ਤੌਰ ਤੇ ਬੋਲਦਾ, ਜਿਸ ਤਰ੍ਹਾਂ ਤੁਸੀਂ ਕਹਿੰਦੇ ਆ, ਹੁਣ ਇਸ ਗੱਲ ਦਾ ਜਵਾਬ ਦੇਣਾ ਵੀ ਬੜਾ ਜ਼ਰੂਰੀ ਹੈ ਕਿ ਲੋਕ ਕਿਉਂ ਪਸੰਦ ਕਰਦੇ। ਲੋਕ ਇਸ ਕਰਕੇ ਪਸੰਦ ਕਰਦੇ, ਲੋਕ ਸਤਾਏ ਹੋਏ ਆ, ਥਾਣਿਆਂ 'ਚ ਉਹਨਾਂ ਦੀ ਕੋਈ
ਕੋਈ ਨਹੀਂ ਸੁਣਦਾ, ਸਿਰਫ ਉਹ ਜਾ ਕੇ ਮਿਨਿਸਟਰਾਂ ਦੀ, ਥਾਣਾ ਵਾਲਾ ਬੰਦਾ ਮਿਨਿਸਟਰਾਂ ਦੀ ਸੁਣਦਾ, ਦੂਜੇ ਦੀ ਕਿਸੇ ਦੀ ਨਹੀਂ ਸੁਣਦਾ। ਇਸੇ ਕਰਕੇ ਹੁਣ ਦੇਖ ਲਓ 4 ਬੰਦਿਆਂ ਦੇ ਉੱਤੇ ਕੋਈ ਕਿਉਂ ਨਹੀਂ ਐਕਸ਼ਨ, ਕਿਉਂਕਿ ਰਾਜ ਕਰਦੇ ਆ। ਇਸ ਕਰਕੇ ਉਹ ਰਾਜ ਦਾ ਮਤਲਬ ਹੈ ਕਿ ਸਾਡੇ ਕੋਲ ਸੱਤਾ, ਅਸੀਂ ਸਾਰਿਆਂ ਦੀ ਮੰਜੀ ਠੋਕ ਕੇ ਰੱਖਣੀ। ਉਹ ਜਿਹੜੀ ਬਿਊਰੋਕ੍ਰੇਸੀ ਦੇ ਅਫਸਰ ਵੀ ਹੈਗੇ, ਜਿਹੜੇ ਪੁਲਿਸ ਦੇ ਅਫਸਰ ਵੀ, ਉਹ ਵੀ ਉਹਨਾਂ ਦੀ ਸੁਣਦੇ ਆ, ਜੀ ਹਜ਼ੂਰੀ ਕਰਦੇ, ਕਿਉਂਕਿ ਆਪਣੇ ਕੰਮ ਕੱਢਣੇ ਉਹਨਾਂ ਕੋਲੋਂ। ਇਸ ਕਰਕੇ ਲੋਕ ਬਾਹਰ ਆ। ਕੱਲ ਕੇ ਪੁਲਿਸ ਅਫਸਰ ਦਾ ਕਟਾਈਪਾ ਹੋ ਜੇ ਤਾਂ ਵੀ ਲੋਕ ਖੁਸ਼ ਆ, ਕਿਸੇ ਬਿਊਰੋਕ੍ਰੇਸੀ ਦਾ ਕਟਾਈਪਾ ਹੋ ਜੇ, ਅਫਸਰ ਦਾ ਹੋ ਜੇ ਤਾਂ ਵੀ ਖੁਸ਼ ਆ, ਜੇ ਕਿਸੇ ਪੋਲੀਟੀਸ਼ੀਅਨ ਦਾ ਹੋ ਜੇ, ਕਿਉਂਕਿ ਲੋਕਾਂ ਦੀ ਤਾਂ ਤਿੰਨੇ ਹੀ ਨਹੀਂ ਸੁਣਦੇ। ਇਸ ਕਰਕੇ ਤੁਸੀਂ ਜਿਹੜੀ ਤੁਹਾਡੀ ਗੱਲ ਦਾ ਜਵਾਬ ਇਹ ਹੈ ਕਿ ਲੋਕ ਕਿਉਂ ਖੁਸ਼ ਹੁੰਦੇ ਜਦੋਂ ਬੈਂਸ ਕਿਸੇ ਨੂੰ ਕਹਿੰਦੇ, ਕਿਉਂਕਿ ਉਹਨਾਂ ਨੂੰ ਡੀਸੀ ਲਾਗੇ ਨਹੀਂ ਫਟਕਣ ਦਿੰਦਾ। ਇਹ ਆਮ ਬੰਦੇ ਨੂੰ ਲਾਗੇ ਨਹੀਂ ਫਟਕਣ। ਇਹ ਗੱਲ ਠੀਕ ਹੈ ਜਿਹੜੀ ਆਪਾਂ ਪਹਿਲਾਂ ਵੀ ਚਰਚਾ ਛੇੜੀ ਸੀਗੀ ਕਿ ਲੋਕ ਇੰਨੇ ਬਿਊਰੋਕ੍ਰੇਸੀ ਤੋਂ ਖਫਾ ਨੇ, ਨਿਰਾਸ਼ ਨੇ, ਹਤਾਸ਼ ਨੇ ਕਿ ਜੇ ਕਿਸੇ ਅਫਸਰ ਦੇ ਨਾਲ ਕੋਈ ਬਦਕਲਾਮੀ ਹੁੰਦੀ ਹੈ ਕਿਸੇ ਦੀ, ਤਾਂ ਜਿਹੜਾ ਕਰ ਰਿਹਾ ਉਹਦੇ ਹਾਂ ਪੱਖੀ ਹੁੰਗਾਰੇ 'ਚ ਜਾਂਦੇ ਨੇ ਕਿ ਹਾਂ ਇਹ ਬੰਦਾ ਠੀਕ ਕਹਿ ਰਿਹਾ, ਇਹ ਬੰਦੇ ਇਦਾਂ ਹੀ ਸੂਤ ਆਉਂਦੇ ਨੇ। ਅਕਸਰ ਹੀ ਪੰਜਾਬੀ 'ਚ ਅਸੀਂ ਇਹ ਕਹਿੰਦੇ ਆ ਕਿ ਇਹ ਸੂਤ ਹੀ ਇਸ ਤਰ੍ਹਾਂ ਆਉਂਦੇ ਨੇ। ਬਾਕੀ ਉਹ ਹਾਲ ਹੈ ਕਿ ਇਹ ਸੂਤ ਇਸੇ ਤਰ੍ਹਾਂ ਆਉਣਗੇ। ਦੇਖੋ ਗੱਲ ਇਹ ਹੈਗੀ ਆ ਹਰਪ੍ਰੀਤ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਆ, ਪਰ ਬਾਦਲ ਸਾਹਿਬ ਦੇ ਟਾਈਮ ਤੇ ਕਿਉਂ ਲੋਕ ਸੂਤ ਆ ਜਾਂਦੇ ਆ? ਉਹਨਾਂ ਨੇ ਕਦੇ ਕਿਸੇ ਨੂੰ ਕਾਕਾ ਜੀ, ਕਦੀ ਕਿਸੇ ਨੂੰ ਗਾਲ ਨਹੀਂ ਕੱਢੀ, ਉੱਚਾ ਬੋਲ ਕੇ ਨਹੀਂ ਦੇਖਿਆ। ਕਿਉਂ? ਕੀ ਰੀਜ਼ਨ ਹੈਗਾ? ਉਹ ਵੀ ਤਾਂ ਆਪਣਾ ਕੰਮ ਕਰਾਉਂਦੇ ਹੈਗੇ ਆ। ਅੱਜ ਵੀ ਜਿੰਨੀ ਬਿਊਰੋਕ੍ਰੇਸੀ ਹੈਗੀ ਆ, ਜਿੰਨੀ ਪੁਲਿਸ ਵਾਲੇ ਹੈਗੇ ਆ, ਸਾਰੇ ਦੇ ਸਾਰੇ ਬਾਦਲ ਸਾਹਿਬ ਦੀ ਜ਼ਿਆਦਾ ਰਿਸਪੈਕਟ ਕਰਦੇ ਹੈਗੇ ਆ ਬਾਕੀਆਂ ਦੇ ਬਨਿਸਬਤ। ਹੁਣ ਆਪਾਂ ਹੁਣ ਡਿਬੇਟ ਨੂੰ ਦੂਸਰੇ ਪਾਸੇ ਦੀ ਗੱਲ ਕਰੀਏ। ਦੇਖੋ ਇਹਨਾਂ ਦਾ ਤਾਂ ਇੱਕ ਕੰਮ ਬਣ ਗਿਆ ਸਿਮਰਜੀਤ ਬੈਂਸ ਉਹਨਾਂ ਦਾ ਕਿ ਇੱਕ ਚੀਪ ਪੋਲਿਟਿਕਸ ਕਰਕੇ ਜਿਹੜਾ ਹੈਗਾ ਲੋਕਾਂ ਦੀ ਵਾਹ-ਵਾਹ ਖੱਟਣ ਦਾ ਇਹਨਾਂ ਨੇ ਸਟਾਈਲ ਬਣਾ ਲਿਆ। ਚਾਹੇ ਕਦੇ ਜਾ ਕੇ ਇਹ ਜਿਹੜੇ ਹੈਗਾ ਟੋਲ ਪਲਾਜ਼ਾ ਤੇ ਆਪਣਾ ਧਰਨਾ ਲਾ ਲੈਂਦੇ ਆ, ਕਦੇ ਇਹ ਤਹਿਸੀਲਦਾਰ ਨੂੰ ਕੁੱਟ ਲੈਂਦੇ ਆ, ਕਦੇ ਕਿਸੇ ਨੂੰ ਕੁੱਟ ਲੈਂਦੇ ਆ। ਦੇਖੋ ਗੱਲ ਇਹ ਹੈਗੀ ਆ ਵੀ ਸਵਾਲ ਇਹ ਨਹੀਂ ਹੈਗਾ। ਹੁਣ ਸਵਾਲ ਆਪਾਂ ਅਗਲਾ ਕਰ ਲਈਏ। ਹੁਣ ਆਪਾਂ ਬਿਊਰੋਕ੍ਰੇਸੀ ਦੀ ਗੱਲ ਕਰਦੇ ਆ। ਦੇਖੋ ਬਿਊਰੋਕ੍ਰੇਸੀ ਰਾਜਵਾੜਾ ਸ਼ਾਹੀ ਬਣ ਗਈ, ਚਾਹੇ ਉਹ ਪੁਲਿਸ ਹੈਗੀ ਆ, ਚਾਹੇ ਉਹ ਇਹ ਹੈਗੇ ਆ। ਇਹਨਾਂ ਦੇ ਆਲੇ ਦੁਆਲੇ ਪਹਿਲਾਂ ਤਾਂ 15-15 ਗਨਮੈਨ ਹੁੰਦੇ ਆ, ਉਹਨਾਂ ਦੇ ਨੇੜੇ ਤੁਸੀਂ ਗੱਲ ਮਤਲਬ ਨੇੜੇ ਨਹੀਂ ਜਾ ਸਕਦੇ, ਤੁਸੀਂ ਉਹਨਾਂ ਨਾਲ ਸ਼ੇਕ ਹੈਂਡ ਨਹੀਂ ਕਰ ਸਕਦੇ, ਤੁਸੀਂ ਉਹਨਾਂ ਨੂੰ ਗੱਲ ਨਹੀਂ ਕਹਿ ਸਕਦੇ। ਔਰ ਦੂਜੀ ਗੱਲ ਤੁਸੀਂ ਇੱਕ ਹੋਰ ਚੀਜ਼ ਦੇਖੋਗੇ, ਉਹ ਆਪਣੇ ਆਪ ਨੂੰ ਸੁਸਾਇਟੀ ਦੇ ਇੰਨਾ ਉੱਚਾ ਸਮਝਦੇ ਹੈਗੇ ਆ, ਤੁਹਾਡੇ ਨਾਲ ਕਦੇ ਆਈ ਕੰਟੈਕਟ ਕਰਕੇ ਗੱਲ ਨਹੀਂ ਕਰਨਗੇ। ਔਰ ਨੰਬਰ 2, ਤੁਸੀਂ ਜਿੰਨਾ ਮਰਜ਼ੀ ਮੱਥਾ ਪਟਕਾ ਕੇ ਆ ਜਾਓ, ਉੱਥੇ ਕੋਈ ਗੱਲਾਂ ਕਹਿ ਕੇ ਆ ਜਾਓ, ਐਪਲੀਕੇਸ਼ਨਾਂ ਦੇ ਕੇ ਆ ਜਾਓ। ਜੇ ਕੋਈ ਤੁਹਾਡੀ ਐਪਲੀਕੇਸ਼ਨ ਤੇ ਗੌਰ ਹੋ ਜਾਵੇ, ਮੈਨੂੰ ਜੋ ਮਰਜ਼ੀ ਕਹਿ ਦਿਓ। ਸੋ ਮੈਂ ਪ੍ਰੈਕਟੀਕਲ ਗੱਲਾਂ, ਤੁਸੀਂ ਫਿਰ ਤੁਸੀਂ ਸਮਝਦੇ ਹੋ ਕਿ ਦੋਵੇਂ ਧਿਰਾਂ ਜ਼ਿੰਮੇਵਾਰ ਹੈਗੀਆਂ ਜੀ। ਪਰ ਜ਼ਿਆਦਾ ਜ਼ਿੰਮੇਵਾਰ ਜਿਹੜੀ ਹੈਗੀ ਆ, ਮੈਂ ਸਮਝਦਾ ਵੀ ਬਿਊਰੋਕ੍ਰੇਸੀ ਜ਼ਿਆਦਾ ਜ਼ਿੰਮੇਵਾਰ ਹੈਗੀ ਆ। ਚਲੋ ਆਪਾਂ ਦੂਸਰੇ ਪਾਸੇ ਦੀ ਗੱਲ ਕਰਦੇ ਹਾਂ। ਕੈਪਟਨ ਸਾਹਿਬ ਨੇ ਬੜਾ ਪ੍ਰੰਪਟ ਐਕਸ਼ਨ ਲਿਆ ਕਿ ਉਹਦੇ ਉੱਤੇ FIR ਦਰਜ ਕਰਾਤੀ। ਮੈਨੂੰ ਇਹ ਦੱਸੋ ਕਿ ਉੱਥੇ ਜਿਹੜੇ ਇੰਨੇ ਬੰਦੇ ਮਰੇ, ਜਿਹੜੇ ਇੰਨੇ ਜਿਹੜੇ ਲੋਕਾਂ ਦੇ ਘਰ ਤਬਾਹ ਹੋਏ। ਦੇਖੋ ਹਰਪ੍ਰੀਤ ਜੀ, ਸਾਰੀ ਜ਼ਿੰਦਗੀ ਦੇ ਵਿੱਚ ਬੰਦਾ ਇੱਕ ਵਾਰ ਘਰ ਨਹੀਂ ਬਣਾ ਸਕਦਾ। ਜੁਡੀਸ਼ੀਅਲ ਜਾਂਚ ਨੂੰ ਕੀ ਕਰੋਗੇ ਤੁਸੀਂ? ਸਾਹਮਣੇ ਦਿਖਦਾ ਵੀ ਘਾਟਾ ਇਹ ਬੇ ਹੈਗੇ ਆ, ਕਿਹਨੂੰ ਨਹੀਂ ਪਤਾ ਹੈਗਾ ਕੰਪਿਊਟਰ ਵਾਲੇ ਦਾ ਸਾਰਾ ਘਾਟਾ ਹੈ ਗਿਆ ਵਿਚਾਰੇ ਦਾ। ਤੁਰੰਤ ਪ੍ਰਭਾਵ ਨਾਲ ਕਾਰਵਾਈ ਕੋਈ ਨਹੀਂ ਹੋਈ। ਹਾਂ ਬਿਲਕੁਲ ਬਿਲਕੁਲ। ਉਹ ਦੇਖੋ ਇੱਕ ਬੰਦਾ 10 ਦਿਨ ਕਿਸੇ ਦੀ ਦੁਕਾਨ ਬੰਦ ਰਹਿ ਜਵੇ ਨਾ, ਉਹ ਕਿਤੇ ਪਿੱਛੇ ਤੋਂ ਪਿੱਛੇ ਚਲਾ ਜਾਂਦਾ। ਔਰ ਦੂਜੀ ਗੱਲ, ਤੁਹਾਨੂੰ ਨਹੀਂ ਪਤਾ ਹੈਗਾ ਵੀ ਬਰੂਦ ਦੇ ਢੇਰ ਦੇ ਉੱਤੇ ਜਿਹੜਾ ਹੈਗਾ ਕੰਮ ਹੋ ਰਿਹਾ ਹੈਗਾ, ਤੁਸੀਂ ਉਸ ਨੂੰ DC ਜ਼ਿੰਮੇਵਾਰ ਨਹੀਂ ਹੈਗਾ ਕਿ ਉਸ ਦੇ ਥੱਲੇ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਹੈਗੀ ਆ ਉਸ ਦੇ। ਔਰ 2016 ਦੇ ਵਿੱਚ ਲਾਇਸੈਂਸ ਅਪਲਾਈ ਕੀਤਾ ਸੀ ਹਰਪ੍ਰੀਤ ਜੀ, ਮੈਂ ਤੁਹਾਡੇ ਨੋਟਿਸ ਦੇ ਵਿੱਚ ਲਿਆ ਦੇਵਾਂ। 2016 ਦੇ ਵਿੱਚ ਜਿਹੜੇ ਉਹਦੇ ਫਾਦਰ ਨੇ ਇਹਨਾਂ ਦੇ ਨੇ ਲਾਇਸੈਂਸ ਅਪਲਾਈ ਕੀਤਾ, ਉਹਦੀ ਡੈਥ ਵੀ ਹੋ ਗਈ। ਮੁੜ ਕੇ ਕੋਈ ਲਾਇਸੈਂਸ ਅਪਲਾਈ ਨਹੀਂ ਹੋਇਆ। ਉਸ ਤਰ੍ਹਾਂ ਹੀ ਜਿਹੜਾ ਹੈਗਾ ਪਿਛਲੇ 4 ਸਾਲਾਂ ਦੇ ਵਿੱਚ ਇੰਨੀਆਂ ਜਿਹੜੀਆਂ ਹੈਗੀਆਂ ਉਹ ਵਿਕ ਰਹੀਆਂ ਹੈਗੀਆਂ, ਆਸਤਬਾਜ਼ੀ ਵਿਕ ਰਹੀ ਹੈਗੀ। ਸੋ ਮੈਂ ਇਹ ਕਹਿਣਾ ਕਿ ਕੈਪਟਨ ਸਾਹਿਬ ਜਿਹੜੇ ਜ਼ਿੰਮੇਵਾਰ ਅਫਸਰ ਉਸ ਥਾਂ ਤੇ ਹੈਗੇ ਸੀ, ਉਹਨਾਂ ਤੇ ਵੀ ਨਾਲ ਹੀ ਪਰਚਾ ਦੇ ਦਿੰਦੇ ਤਾਂ ਲੋਕ ਜਿਹੜੇ ਹੈਗੇ ਮੰਨਦੇ ਵੀ ਵਾਕਈ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਹੈਗੀ ਹੈ। ਠੀਕ ਹੈ। ਗੁਰਪ੍ਰੀਤ, ਮੈਂ ਤੁਹਾਡੇ ਕੋਲ ਆਵਾਂਗਾ। ਅਮਰਿਤ, ਤੁਹਾਡੇ ਤੋਂ ਜਾਣ ਤੋਂ ਪਹਿਲਾਂ ਅਸੀਂ ਇਹ ਕਹਿੰਦੇ ਹਾਂ ਕਿ ਜਿੰਨੇ ਵੀ ਲੀਡਰ ਨੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਔਰ ਪਾਰਟੀ ਦੀਆਂ ਜਦੋਂ ਵੀ ਮੀਟਿੰਗਸ ਹੁੰਦੀਆਂ ਨੇ ਉਹਦੇ ਵਿੱਚ ਇਹ ਅਕਸਰ ਹੀ ਚਰਚਾ ਰਹਿੰਦੀ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਗੱਲ ਕਰਨੀ ਹੈ, ਕਿਸ ਤਰੀਕੇ ਨਾਲ ਬਿਹੇਵ ਕਰਨਾ ਹੈ। ਮੈਂ ਸਿਰਫ ਇਹ ਜਾਣਨਾ ਚਾਹੁੰਦਾ, ਕਦੇ ਅਜਿਹਾ ਵੀ ਹੁੰਦਾ ਕਿ ਉਹ ਦੇਖਦੇ ਨੇ ਕਿ ਸਾਡੀ ਟੌਪ ਲੈਵਲ ਦੀ ਲੀਡਰਸ਼ਿਪ ਕਿਸ ਤਰ੍ਹਾਂ ਦਾ ਰਵੱਈਆ ਰੱਖ ਰਹੀ ਹੈ, ਉਸੇ ਤਰ੍ਹਾਂ ਦਾ ਮੈਸੇਜ ਥੱਲੇ ਤੱਕ ਜਾਂਦਾ? ਜਿਵੇਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਤਿੱਖੇ ਸ਼ਬਦੀ ਹਮਲਾਵਰ ਰਹਿੰਦੇ ਨੇ ਆਪਣੇ ਵਿਰੋਧੀਆਂ ਦੇ ਖਿਲਾਫ, ਕੀ ਉਸੇ ਤੋਂ ਹੀ ਉਦਾਹਰਨ ਲੈਂਦੇ ਨੇ ਫਿਰ ਬਾਕੀ ਵੀ? ਨਹੀਂ, ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਕਿ ਜਿਵੇਂ ਦੀ ਕੋਕੋ ਉਹੋ ਜਿਹੇ ਬੱਚੇ ਦਾ ਕਹਾਵਤ ਪੁਰਾਣੀ ਸੁਣੀ ਆਪਾਂ ਸਾਰਿਆਂ ਨੇ, ਸਭ ਨੂੰ ਜਾਣੂ ਹੈ ਕਿ
ਤੁਹਾਡਾ ਟੌਪ ਲੀਡਰ ਕਿਵੇਂ ਦਾ ਬਿਹੇਵ ਕਰਦਾ, ਨੈਚੁਰਲੀ ਸਾਰੇ ਉਹਨੂੰ ਦੇਖਦੇ ਹੋਏ ਕਿ ਸ਼ਾਇਦ ਆਹੀ ਠੀਕ ਤਰੀਕਾ ਹੈ, ਉਹ ਉਹਨੂੰ ਅਡਾਪਟ ਕਰ ਲੈਂਦਾ। ਹੁਣ ਮੈਂ ਗੱਲ ਇੱਥੇ ਕਰਾਂ ਜੇ ਹੁਣ ਬੈਂਸ ਬ੍ਰਦਰਸ ਦੀ, ਹੁਣ ਬੈਂਸ ਬ੍ਰਦਰਸ ਦੇ ਉੱਪਰ ਕੋਈ ਟੌਪ ਲੀਡਰਸ਼ਿਪ ਹੈ ਨਹੀਂ, ਉਹ ਸੈਲਫ ਸਟਾਈਲ ਪੋਲੀਟੀਸ਼ੀਅਨ ਨੇ, ਉਹਨਾਂ ਨੂੰ ਜੋ ਠੀਕ ਲੱਗਦਾ, ਨਾ ਤਾਂ ਉਹਨਾਂ ਨੂੰ ਕੋਈ ਟੋਕਣ ਵਾਲਾ ਨਾ ਕੋਈ ਰੋਕਣ ਵਾਲਾ, ਕਿਉਂਕਿ ਪਾਰਟੀ ਹੁੰਦੀ ਹੈ, ਪਾਰਟੀ ਦੇ ਅਹੁਦੇਦਾਰ ਹੁੰਦੇ ਨੇ ਤਾਂ ਉਹ ਡਿਸਿਪਲਿਨ ਇੱਕ ਬਣਾ ਕੇ ਰੱਖਦੇ ਨੇ, ਉਹ ਟਾਈਮ ਟੂ ਟਾਈਮ ਟੋਕਦੇ ਵੀ ਰਹਿੰਦੇ। ਮੈਂ ਤੁਹਾਨੂੰ ਸਹੀ ਦੱਸਾਂ, ਹੁਣ ਬੀਜੇਪੀ ਦਾ ਮੈਂ ਆਪਣੀ ਗੱਲ ਕਰਦਾ, ਭਾਰਤੀ ਜਨਤਾ ਪਾਰਟੀ ਦਾ ਸਾਡਾ ਹਰ ਸਾਲ ਇੱਕ 3 ਦਿਨ ਦਾ ਜਾਂ 4 ਦਿਨ ਦਾ ਸ਼ਿਵਰ ਲੱਗਦਾ, ਉਹਦੇ ਵਿੱਚ ਸਾਨੂੰ ਸਰਵਜਨਿਕ ਦੁਨੀਆ 'ਚ ਜੀਵਨ 'ਚ ਜਦੋਂ ਤੁਸੀਂ ਹੈਗੇ ਹੋ ਉਹਦੇ ਕਿਵੇਂ ਰਹਿਣਾ, ਕਿਵੇਂ ਵਿਚਰਨਾ, ਕਿਵੇਂ ਲੋਕਾਂ ਨਾਲ ਕੰਟੈਕਟ ਰੱਖਣਾ, ਕਿਵੇਂ ਬਿਹੇਵ ਕਰਨਾ, ਔਰ ਕੀ ਕੀ ਚੀਜ਼ਾਂ ਪੜ੍ਹਨੀਆਂ, ਕੀ ਅੱਗੇ ਕਰਾਉਣ, ਐਵਰੀਥਿੰਗ ਸਾਡਾ 2 ਦਿਨ 3 ਦਿਨ ਦਾ ਉਹ ਲੱਗਦਾ, ਔਰ ਉਹਦੇ 'ਚ ਦੱਸਿਆ ਵੀ ਜਾਂਦਾ। ਪਰ ਇਹਨਾਂ ਨੂੰ ਮੈਨੂੰ ਲੱਗਦਾ ਨਹੀਂ ਕਿ ਨਾ ਤਾਂ ਇਹ ਕਾਂਗਰਸ ਦੇ ਵਿੱਚ ਕਲਚਰ ਹੈਗਾ ਸ਼ਾਇਦ, ਤੇ ਨਾ ਹੀ ਸ਼ਾਇਦ ਆ ਹੁਣ ਬੈਂਸ ਸਾਹਿਬ ਨੇ ਤਾਂ ਪੜ੍ਹਨਾ ਕਿੱਥੋਂ, ਉਹਨਾਂ ਨੇ ਤਾਂ ਆਪਣੇ ਆਪ ਹੀ ਕਰਨਾ। ਉਹਨਾਂ ਨੂੰ ਲੱਗਦਾ ਵੀ ਮੈਂ ਵੀਡੀਓ ਬਣਾ ਕੇ ਇਹਦੇ ਨਾਲ ਹੀ ਫੇਮਸ ਹੋ ਜਾਣਾ, ਤੇ ਉਹ ਹੈ ਵੀ ਸੱਚ ਗੱਲ ਵੀ, ਉਹ ਕਿਉਂਕਿ ਉਹਨਾਂ ਕੋਲ ਹੋਰ ਕੋਈ ਜ਼ਰੀਆ ਤਾਂ ਹੈ ਨਹੀਂ, ਉਹਨਾਂ ਨੇ ਬਸ ਉਹ ਵੀਡੀਓ ਬਣਾ ਕੇ ਵਾਇਰਲ ਕਰਨੀ ਆ, ਤੇ ਵਾਇਰਲ ਕਰਕੇ ਲੱਗਦਾ ਹੀ ਬੱਲੇ 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 ਬੱਲੇ। ਅੰਮ੍ਰਿਤਪਾਲ, ਜਿਹੜੀ ਗੱਲ ਆਪਾਂ ਪਹਿਲਾਂ ਚਰਚਾ ਕਰ ਰਹੇ ਸੀਗੇ ਵੀ ਹੁਣ ਇਸ ਪੂਰੇ ਮਸਲੇ ਤੋਂ ਬਾਅਦ ਬੈਂਸ ਸਾਹਿਬ ਨੇ ਖੱਟਿਆ ਤੇ ਵੱਟਿਆ ਕੀ ਹੈ, ਪਰ ਅਸੀਂ ਜਦੋਂ ਦੇਖਦੇ ਹਾਂ ਕਿ ਚਲੋ ਮਾਮਲਾ ਦਰਜ ਤਾਂ ਹੋ ਗਿਆ, ਪਰ ਫਿਰ ਵੀ ਉਹ ਲੋਕਾਂ ਦੇ ਵਿੱਚ ਵਾਹੀ ਇਸ ਕਰਕੇ ਖੱਟਦੇ ਨੇ ਕਿ ਮੈਂ ਤਾਂ ਲੋਕਾਂ ਦੀ ਗੱਲ ਕਰਨ ਗਿਆ ਸੀ, ਜੇ ਡਿਪਟੀ ਕਮਿਸ਼ਨਰ ਬੰਦੇ ਨੂੰ ਬੰਦਾ ਨਹੀਂ ਸਮਝਦਾ ਤੇ ਫਿਰ ਮੈਂ ਡਿਪਟੀ ਕਮਿਸ਼ਨਰ ਨੂੰ ਕੀ ਸਮਝਦਾ। ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਵਰਤਾਰਾ ਲੋਕ ਪਸੰਦ ਕਰਦੇ ਨੇ? ਇੱਕ ਤਬਕਾ ਤਾਂ ਹੋਏਗਾ ਲੋਕਾਂ ਦਾ, ਜ਼ਰੂਰ ਪਸੰਦ ਕਰੇਗਾ, ਪਰ ਕੀ ਓਵਰਆਲ ਤਬਕਾ ਪਸੰਦ ਕਰਦਾ ਹੈ ਕਿ ਜਿਸ ਤਰ੍ਹਾਂ ਬੈਂਸ ਸਾਹਿਬ ਨੇ ਕੀਤਾ ਉਹ ਬਿਲਕੁਲ ਠੀਕ ਹੈ? ਅਸਲ ਵਿੱਚ ਸਰ ਗੱਲ ਪਤਾ ਪ੍ਰੋਪਰ ਕੀ ਹੈ, ਪਿਛਲੇ ਥੋੜੇ ਜਿਹੇ ਸਾਲਾਂ ਤੋਂ 5 10 15 20 ਸਾਲ ਲਾ ਲਈਏ, ਜਦੋਂ ਤੱਕ ਵੀ ਲਾ ਲਈਏ, ਅਸਲ ਦੇ ਵਿੱਚ ਨਾ ਜੋ ਪੋਲੀਟੀਕਲ ਪਾਰਟੀਜ਼ ਨੇ, ਲੋਕਾਂ ਦਾ ਇਹਨਾਂ ਤੋਂ ਥੋੜਾ ਯਕੀਨ ਉੱਠ ਗਿਆ। ਜਦੋਂ ਵੀ ਕੋਈ ਬੰਦਾ ਪਾਵਰ 'ਚ ਹੁੰਦਾ ਉਹ ਲੋਕਾਂ ਨਾਲ ਮਿਸਬਿਹੇਵ ਕਰਦਾ ਹੀ ਕਰਦਾ, ਚਾਹੇ ਤੁਸੀਂ ਕਿਤੇ ਪੋਲੀਟੀਸ਼ੀਅਨ ਦੇ ਆਫਿਸ ਚਲੇ ਜਾਓ, ਚਾਹੇ ਕਿਸੇ ਅਫਸਰ ਦੇ ਆਫਿਸ ਚਲੇ ਜਾਓ, ਤਾਂ ਇਹ ਪਰਸੈਪਸ਼ਨ ਥੋੜੇ ਟਾਈਮ ਤੋਂ ਬਣਨ ਲੱਗੀ। ਜਦੋਂ ਵੀ ਕੋਈ ਲੀਡਰ, ਪਹਿਲਾਂ ਤਾਂ ਲੀਡਰ ਦਾ ਮਤਲਬ ਤਾਂ ਲੀਡ ਕਰਨਾ, ਉਹ ਐਕਸ਼ਨ ਕਰਦਾ, ਲੋਕ ਉਹਦੇ ਮਗਰ ਲੱਗਦੇ ਸੀ, ਪਰ ਹੁਣ ਥੋੜੇ ਟਾਈਮ ਤੋਂ ਇਹ ਹੋ ਗਿਆ ਵੀ ਲੋਕ ਤਾਂ ਲੀਡਰਾਂ ਤੋਂ ਨਿਰਾਸ਼ ਹੋ ਗਏ, ਕਿਸੇ ਪਾਰਟੀ ਤੋਂ ਲੋਕ ਖੁਸ਼ ਹੋਏ ਹੀ ਨਹੀਂ ਗਏ, ਕਿਉਂਕਿ ਸੁਸਾਈਡ ਹੋਈ ਜਾਂਦੇ ਨੇ, ਲੋਕ ਡਰੱਗ ਕਰੀ ਜਾਂਦੇ ਨੇ, ਬੇਰੁਜ਼ਗਾਰੀ। ਹਾਂ, ਥੋੜੇ ਟਾਈਮ ਤੋਂ ਲੱਗਦਾ ਕਿਉਂਕਿ ਤੁਸੀਂ ਥੋੜੇ ਟਾਈਮ ਤੋਂ ਆਏ ਜੇ। ਨਹੀਂ, ਅਸੀਂ ਆਏ ਤਾਂ, ਦੂਜੀ ਗੱਲ ਵੀਡੀਓਜ਼ ਹੁਣ ਆਉਣੀਆਂ ਸ਼ੁਰੂ ਹੋਈਆਂ ਨੇ, ਵਾਇਰਲ ਹੋਣੀਆਂ, ਇਸ ਕਰਕੇ ਲੱਗਦਾ। ਬ੍ਰਦਰ ਅਸੀਂ ਆਏ ਤਾਂ ਅਸੀਂ ਆਏ ਤਾਂ, ਅਸੀਂ ਕੋਈ ਪਹਿਲਾਂ ਬੈਠੇ ਨਹੀਂ ਸੀ ਵੀ ਦੇਖੀ ਜਾਂਦੇ ਸੀਗੇ, ਅਸੀਂ ਸਾਡਾ ਜਨਮ ਹੀ ਤਾਂ ਹੋਇਆ ਸੀ, ਲੋਕਾਂ ਚੋਂ ਹੀ ਆਏ ਆ, ਅਸੀਂ ਸਾਰੇ ਲੋਕਾਂ ਚੋਂ ਹੀ ਆਏ ਆ। ਹੁਣ ਲੋਕ ਕਿਉਂ ਖੁਸ਼ ਹੁੰਦੇ ਨੇ? ਲੋਕਾਂ ਨੂੰ ਕੰਮ ਨਹੀਂ ਮਿਲਦਾ, ਲੋਕਾਂ ਨੂੰ ਨੌਕਰੀ ਨਹੀਂ ਮਿਲਦੀ, ਥਾਣਿਆਂ 'ਚੋਂ ਲੋਕਾਂ ਦਾ ਉਹਨਾਂ ਨੂੰ ਕੋਈ ਉਹਨਾਂ ਦੀ ਗੱਲ ਨਹੀਂ ਸੁਣਦਾ, ਤਾਂ ਜਦੋਂ ਵੀ ਕੋਈ ਬੰਦਾ ਇਹੋ ਜਿਹਾ ਐਕਸ਼ਨ ਹੁੰਦਾ, ਫਿਰ ਹੁਣ ਬੈਂਸ ਸਾਹਿਬ ਨੇ ਵੀ ਦੇਖ ਲਿਆ ਵੀ ਜੇ ਮੈਂ ਇਦਾਂ ਰੋਬ ਨਾਲ ਗੱਲ ਕਰੂੰਗਾ, ਅਫਸਰਾਂ ਨਾਲ ਰੋਬ ਨਾਲ ਗੱਲ ਕਰੂੰਗਾ, ਤਾਂ ਲੋਕ ਖੁਸ਼ ਹੁੰਦੇ ਹੀ ਹੁੰਦੇ ਨੇ। ਉਹ ਲੋਕ ਉੱਥੇ ਲੋਕ ਵੀ ਸਹੀ ਨੇ ਆਪਣੀ ਜਗ੍ਹਾ ਤੇ। ਗੱਲ ਇਹ ਆ, ਜਿਵੇਂ ਹੁਣ ਪ੍ਰੋਫੈਸਰ ਸਾਹਿਬ ਨੇ ਕਿਹਾ, ਮੈਂ ਇਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ ਲੋਕ ਖੁਸ਼ ਹੋਣਗੇ। ਇਹਨਾਂ ਨੇ ਪਹਿਲਾਂ ਕਿਹਾ ਵੀ ਲੋਕ ਖੁਸ਼ ਨੇ, ਲੋਕ ਖੁਸ਼ ਹੋਣਗੇ ਕਿਉਂਕਿ ਲੋਕ ਨਿਰਾਸ਼ ਬਹੁਤ ਨੇ। ਜਦੋਂ ਵੀ ਤੁਸੀਂ ਕਿਸੇ ਪੋਲੀਟੀਸ਼ੀਅਨ ਤੇ ਅਟੈਕ ਕਰਦੇ ਹੋ, ਜਦੋਂ ਵੀ ਤੁਸੀਂ ਕਿਸੇ ਅਫਸਰ ਤੇ ਅਟੈਕ ਕਰਦੇ ਹੋ, ਤਾਂ ਜਿਹੜੇ ਲੋਕਾਂ ਦਾ ਕੁਝ ਨਹੀਂ ਵਟਿਆ ਜਾਂਦਾ, ਜਿਨ੍ਹਾਂ ਦੇ ਘਰੇ ਜਿਨ੍ਹਾਂ ਦਾ ਇੱਕ ਕੰਮ ਵੀ ਨਹੀਂ ਹੁੰਦਾਗਾ, ਮੈਂ ਤੁਹਾਨੂੰ ਆਪਣੇ ਉਹ ਖੁਸ਼ ਹੋਣਗੇ ਲੋਕ। ਮੈਂ ਤੁਹਾਨੂੰ ਆਪਣਾ, ਮੇਰਾ ਬਾਘਾ ਪੁਰਾਣਾ ਹਲਕਾ, ਉੱਥੋਂ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਅੱਜ ਤੋਂ 15 ਤੋਂ 20 ਦਿਨ ਪਹਿਲਾਂ ਮੇਰੇ ਕੋਲ ਇੱਕ ਪਿੰਡ ਤੋਂ ਕੇਸ ਆਇਆ, ਚਲੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜਦੋਂ ਅੱਗੇ ਫਰਦਰ ਹੋਊਗੀ ਇਨਫੋਰਮੇਸ਼ਨ ਤਾਂ ਪਤਾ ਹੋਊਗਾ, ਇੱਕ ਰੇਪ ਦਾ ਪਰਚਾ, ਤੇ ਮੈਂ ਆਪ ਉਹਨਾਂ ਨਾਲ ਗਿਆ, ਮੈਨੂੰ 15 ਦਿਨ ਹੋ ਗਏ ਥਾਣੇ ਦੇ ਗੇੜੇ ਕੱਢੀ ਜਾਂਦਿਆਂ ਨੂੰ। ਸਾਡੇ ਰੀਡਰ ਸਾਡੀ ਗੱਲ ਹੀ ਨਹੀਂ ਸੁਣਦੇ, ਕਦੇ ਬਿਆਨ ਦੇ ਦਿਓ, ਮੈਂ 3 ਵਾਰ ਤਾਂ ਬਿਆਨ ਲਿਖਾਇਆ। ਇਹ ਛੋਟੀਆਂ ਛੋਟੀਆਂ ਐਗਜ਼ਾਮਪਲਾਂ ਨੇ। ਉਦੋਂ ਪਹਿਲਾਂ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ, ਪਿੱਛੇ ਜੇ ਸਾਡੇ ਬਾਘੇ ਪੁਰਾਣੇ ਐਮਸੀ ਇਲੈਕਸ਼ਨ ਹੋਏ, ਮੈਂ ਉੱਥੇ ਲੋਕਲ ਆ, ਜਿਹੜੇ ਸਾਡੇ ਲੋਕਲ ਐਮਐਲਏ ਨੇ ਦਰਸ਼ਨ ਸਿੰਘ ਬਰਾੜ, ਉਹਨਾਂ ਨੇ ਕੀ ਕੀਤਾ, ਸਾਡੀਆਂ ਕਚਹਿਰੀਆਂ ਦੇ ਬਾਹਰ ਵੀ ਗੇਟ ਲੱਗਿਆ, ਲੋਕ ਲੱਗਿਆ, ਅੰਦਰ ਵੀ ਲੋਕ ਲੱਗਿਆ ਹੋਇਆ, ਅੰਦਰ 700 ਗੁੰਡਾ ਬੈਠਾ। ਜੇ ਬਾਹਰ ਜਦੋਂ ਜਾਂਦੇ ਸੀ ਅਸੀਂ, ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਕੀ ਲੈਣਾ ਯਾਰ, ਨਵੇਂ ਜੇ ਮੁੰਡੇ ਹੋ, ਤੁਹਾਨੂੰ ਕੁੱਟਣਗੇ। ਤੇ ਜੇ ਕੋਈ ਬਾਹਲਾ ਜਾਂਦਾ ਸੀਗਾ ਵੀ ਲੜਨਾ ਹੀ ਲੜਨਾ ਇਲੈਕਸ਼ਨ, 700 ਬੰਦਾ ਅੰਦਰ ਕੁੱਟਦਾ ਸੀ। ਅਕਾਲੀ ਦਲ ਵਾਲਿਆਂ ਨੂੰ ਸਾਰਿਆਂ ਨੂੰ ਕੁੱਟਿਆ। ਪਰ ਗੱਲ ਕੀ ਆ, ਫਿਰ ਇਦਾਂ ਦੀ ਪਰ ਗੱਲ ਕੀ ਆ, ਬੰਦੀ ਕਿਉਂ ਆ? ਪਰ ਸਾਡੇ ਹਲਕੇ ਤੁਸੀਂ ਦੇਖੋਗੇ ਕੱਲੇ ਕੱਲੇ ਜਗ੍ਹਾ ਸਾਰੇ ਕਿਤੇ ਇਦਾਂ ਹੁੰਦਾ ਹੋਊਗਾ। ਮੈਂ ਉੱਥੋਂ ਨੂੰ ਚੰਗੀ ਤਰ੍ਹਾਂ ਜਾਣਦਾ, ਤਾਂ ਮੈਂ ਉੱਥੋਂ ਦੀ ਗੱਲ ਕਰਦਾ। ਪਿਛਲੇ 20 ਸਾਲਾਂ ਤੋਂ ਹੁੰਦਾ ਹੀ ਇਦਾਂ ਆ ਰਿਹਾ। ਕਦੇ ਵੀ ਆਪੋਜੀਸ਼ਨ ਜਿਹੜੀ ਪਾਰਟੀ ਹੁੰਦੀ, ਉਹਦੇ ਨੋਮੀਨੇਸ਼ਨ ਭਰੇ ਨਹੀਂ ਜਾਂਦੇਗੇ। ਠੀਕ ਹੈ, ਅਫਸਰ ਵੀ ਇਹਨਾਂ ਦੀ ਹਮਾਇਤ ਕਰਦੇ ਨੇ। ਅਫਸਰਾਂ ਨੂੰ ਮੈਂ ਇੱਕ ਹੋਰ ਵਧੀਆ ਇੰਪੋਰਟੈਂਟ ਗੱਲ ਆ, ਇੱਥੋਂ ਨਾ ਇੱਕ ਗੱਲ ਬੜੀ ਸਿੱਖਣ ਵਾਲੀ ਆ। ਮੈਂ ਇੱਕ ਜਿੰਨੇ ਅਫਸਰਸ਼ਾਹੀ ਆ, ਬਿਊਰੋਕ੍ਰੇਸੀ ਆ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ, ਜਦੋਂ ਵੀ ਤੁਹਾਡੇ ਕੋਲ ਆਮ ਲੋਕ ਆਉਂਦੇ ਆ ਨਾ, ਉਹਨਾਂ ਨਾਲ ਪਿਆਰ ਨਾਲ ਗੱਲ ਕਰਿਆ ਕਰੋ, ਉਹਨਾਂ ਦਾ ਕੰਮ ਕਰਿਆ ਕਰੋ। ਜੇ ਉਹ ਸਹੀ ਆ ਕੰਮ ਕਰਿਆ ਕਰੋ, ਗਲਤ ਆ ਕੰਮ ਨਾ ਕਰਿਆ ਕਰੋ। ਜੇ ਜਦੋਂ ਤੁਸੀਂ ਜਾ ਕੇ ਲੋਕਾਂ ਨੂੰ ਕਹਿ ਦਿੰਦੇ ਆ ਨਾ, ਤੂੰ ਫਲਾਣੇ ਉਹਦਾ ਦੂਜੇ ਦਾ ਲੀਡਰ ਦਾ ਫੋਨ ਕਰ ਤੇ ਮੈਂ ਤੇਰਾ ਕੰਮ ਤਾਂ ਕਰਨਾ,
ਫੇਰ ਹੀ ਲੋਕ ਤੁਹਾਡੇ ਵਿਰੁੱਧ ਕੋਈ ਬੋਲਦਾ ਜਾਂ ਲੀਡਰ ਦੇ ਵਿਰੁੱਧ ਬੋਲਦਾ ਜਾਂ ਬਿਊਰੋਕ੍ਰੇਸੀ ਦੇ ਵਿਰੁੱਧ ਬੋਲਦਾ, ਫਿਰ ਲੋਕ ਖੁਸ਼ ਹੋਣਗੇ, ਕਿਉਂਕਿ ਲੋਕ ਨਿਰਾਸ਼ ਬਹੁਤ ਨੇ, ਸਰਕਾਰਾਂ ਤੋਂ ਵੀ ਨਿਰਾਸ਼ ਨੇ ਲੋਕ ਤੇ ਅਫਸਰਾਂ ਤੋਂ ਤਾਂ ਹੈਗੇ। ਠੀਕ ਹੈ ਅਫਸਰਾਂ ਦਾ ਰਵੱਈਆ ਪ੍ਰੋਫੈਸਰ ਮਨਜੀਤ ਜੀ, ਇੱਕ ਗੱਲ ਅਸੀਂ ਵਾਰ-ਵਾਰ ਇਹੀ ਦੇਖਦੇ ਹਾਂ ਕਿ ਜਿੰਨੀ ਅਫਸਰਸ਼ਾਹੀ ਹੈ, ਜਦੋਂ ਵੀ ਸਿਆਸੀ ਧਿਰ ਜਿਹੜੀ ਖਾਸ ਤੌਰ ਤੇ ਜਿਹੜੀ ਸੱਤਾ ਧਿਰ ਹੁੰਦੀ ਹੈ, ਉਹਦੇ ਵਿਧਾਇਕਾਂ ਜਾਂ ਉਹਦੇ ਮੰਤਰੀਆਂ ਦੀ ਜ਼ਿਆਦਾ ਗੱਲਬਾਤ ਸੁਣੀ ਜਾਂਦੀ ਹੈ, ਜਿਹੜੇ ਦੂਜੇ ਵਿਧਾਇਕ ਨੇ ਜਾਂ ਦੂਜੇ ਸਿਆਸਤਦਾਨ ਨੇ ਉਹਨਾਂ ਦੀ ਘੱਟ ਸੁਣੀ ਜਾਂਦੀ ਹੈ। ਪਰ ਵਾਕਈ ਤੁਹਾਨੂੰ ਲੱਗਦਾ ਹੈ ਕਿ ਇਹਦੇ ਲਈ ਸਿਰਫ ਅਫਸਰਸ਼ਾਹੀ ਜ਼ਿੰਮੇਵਾਰ ਹੈ? ਇੱਕ SHO ਤੁਸੀਂ ਕਿਸੇ ਪਾਸੇ ਲਗਵਾਉਣਾ ਹੋਵੇ ਤੇ ਇਧਰੋਂ MLA ਫੋਨ ਕਰਦੇ ਕਿ ਫਲਾਣਾ SHO ਇੱਥੇ ਚਾਹੀਦਾ ਨਹੀਂ, ਮੈਨੂੰ ਇੱਥੇ ਨਹੀਂ ਚਾਹੀਦਾ, ਫਿਰ ਉੱਥੇ ਜਾ ਕੇ ਤੁਹਾਡੀ ਅਫਸਰਸ਼ਾਹੀ ਕੀ ਕਰੇਗੀ? ਫਿਰ ਤਾਂ ਸਭ ਕੁਝ ਸਿਆਸਤਦਾਨ ਹੀ ਕਰ ਰਹੇ ਨੇ। ਨਹੀਂ, ਸਿਆਸਤ ਦਾ ਸਭ ਤੋਂ ਜ਼ਿਆਦਾ ਰੋਲ ਹੈਗਾ। ਜੇ ਸਿਆਸਤ ਠੀਕ ਹੋ ਜੇ ਤਾਂ ਬਾਕੀ ਸਿਸਟਮ ਠੀਕ ਹੋ ਸਕਦਾ, ਕਿਉਂਕਿ ਸਿਆਸਤ ਇੰਨੀ ਖਰਚੀਲੀ ਤੇ ਮਹਿੰਗੀ ਹੋ ਗਈ ਹੈ, ਤੁਹਾਨੂੰ ਪਤਾ ਹੀ ਹੈ। ਇਹ ਕਈ 100 ਕਰੋੜਾਂ ਦਾ, ਕਈ ਹਜ਼ਾਰਾਂ, ਜਿਸ ਲੈਵਲ ਤੇ ਕਰਨੀ ਹੈ। ਜੇ ਤੁਸੀਂ ਲੋਕਲ ਲੈਵਲ ਤੇ ਕਰਨੀ ਹੈ, ਲੱਖਾਂ 'ਚ ਚੱਲ ਜੂ, ਜਿਵੇਂ ਵੱਧਦਾ ਜਾਂਦਾ ਉਹ ਸੈਂਕੜੇ ਕਰੋੜਾਂ 'ਚ ਚੱਲੀ ਜਾਂਦਾ। ਉਹ ਪੈਸਾ ਕਿੱਥੋਂ ਆਉਂਦਾ? ਇਹਨਾਂ ਦੇ ਹਾਲ ਥੋੜੀ ਚੱਲਦੇ ਆ। ਉਹ ਪੈਸਾ ਉਹਨਾਂ ਲੋਕਾਂ ਰਾਹੀਂ ਆਉਂਦਾ, ਇਹਨਾਂ ਲੋਕਾਂ ਨੇ ਇਕੱਠਾ ਹੋ ਕੇ ਉੱਪਰ ਪਹੁੰਚਦਾ। ਉਹਦੇ ਸਾਫ ਕਹਿੰਦੇ ਕੋਟੇ ਲੱਗੇ, ਸਾਰਿਆਂ ਨੂੰ ਪਤਾ ਹੀ ਹੈ। ਜਿਵੇਂ ਇੰਡਸਟਰੀ ਵਾਲੇ ਕਿਉਂ ਇੰਡਸਟਰੀ ਫੇਲ ਹੁੰਦੀ ਹੈ, ਇਹ ਥੋੜੀ ਆ ਕਿ ਇਕੱਲਾ ਇਹ 25% ਤੱਕ ਜਿਹੜਾ ਉਹਨਾਂ ਦਾ ਜਿਹੜੀ ਆਮਦਨ ਆ ਚੱਕ ਕੇ ਪੋਲੀਟੀਸ਼ੀਅਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਉੱਪਰ ਜਾਂਦੀ ਹੈ। ਇਸ ਕਰਕੇ ਪੱਠਾ ਤੇ ਬੈਠਾ ਸਾਡੀ ਰਾਜਨੀਤੀ ਦਾ, ਕਿਉਂਕਿ ਇਹ ਮੈਨੂੰ ਲੱਗਦਾ ਅਜੇ ਵੀ ਜੋ ਲੋਕਤੰਤਰ ਦੀ ਬੇਸਿਕ ਉਹਦੀ ਸਪਿਰਿਟ ਹੁੰਦੀ ਆ, ਜਿਹੜੀ ਉਹਦੇ ਬੇਸਿਕ ਉਹਦੀ ਓਰੀਐਂਟੇਸ਼ਨ ਹੁੰਦੀ, ਉਧਰ ਨੂੰ ਇਹ ਟ੍ਰੇਨਡ ਹੀ ਨਹੀਂ ਹੈਗੇ। ਇਹ ਤੇ ਅਜੇ ਵੀ ਮੈਡੀਵੀਅਲ ਇੰਡੀਆ ਜਿਹੜਾ ਹੈ, ਜਿੱਥੇ ਰਜਵਾੜਾਸ਼ਾਹੀ ਹੁੰਦੀ ਸੀ, ਉਸ ਕਿਸਮ ਦਾ ਬਿਹੇਵ। ਮਿਨਿਸਟਰ ਆਪਣੇ ਆਪ ਨੂੰ ਮਿਨਿਸਟਰ ਥੋੜੀ ਸਮਝਦਾ ਕਿ ਮੈਂ ਕਾਨੂੰਨ ਦਾ ਬੱਧਾ ਔਰ ਮੇਰੀ ਜ਼ਿੰਮੇਵਾਰੀ ਜ਼ਿਆਦਾ, ਇੰਜ ਨਹੀਂ ਸਮਝਦਾ। ਉਹ ਸਮਝਦਾ ਕਿ ਮੈਂ ਸਭ ਤੋਂ ਵੱਡਾ ਦਾਦਾ, ਮੇਰੇ ਕੋਲ ਇੰਨੀ ਪੁਲਿਸ ਅੱਗੇ ਪਿੱਛੇ ਫਿਰਦੀ ਆ ਤੇ ਮੈਂ ਆਪਣਾ ਪੂਰਾ ਜੋ ਵੀ ਚਾਹਾਂ ਉਹ ਮੇਰੇ ਕਹਿਣ ਤੇ ਹੋਣਾ ਚਾਹੀਦਾ, ਉਹ ਗਲਤ ਹੋਏ ਜਾਂ ਠੀਕ ਹੋਏ। ਇਹੀ ਕਾਰਨ ਆ ਕਿ ਥਾਣਿਆਂ 'ਚ ਚਲੇ ਜਾਓ, ਜਿਹੜੀ ਗੱਲ ਹਰਪ੍ਰੀਤ ਠੀਕ ਵੀ ਹੈ ਲੋਕਾਂ ਦੀ, ਬਹੁਤਿਆਂ ਦੀ ਠੀਕ ਹੀ ਹੁੰਦੀ ਹੈ, ਰੋਂਦਾ ਪਿੱਟਦਾ ਹੀ ਕੋਈ ਜਾਂਦਾ। ਉਹ ਕਹਿਣਗੇ ਨਾ, ਪਹਿਲਾਂ ਜਿਹੜਾ ਉੱਪਰੋਂ ਕੋਈ ਜਿਹੜਾ ਲੋਕਲ MLA, ਭਾਵੇਂ ਉਹ ਕੋਈ ਵੀ ਕਿਸਮ ਦਾ ਹੋਵੇ, ਉਸ ਨੂੰ ਭਾਵੇਂ ਹਲਕਾ ਇੰਚਾਰਜ ਹੋਵੇ ਕਿਸੇ ਦਾ ਹੋਵੇ, ਉੱਥੋਂ ਹਾਰੇ ਦਾ ਹੋਵੇ ਜਿੱਤੇ ਦਾ ਹੋਵੇ, ਉਹਦੇ ਕੋਲੋਂ ਪਰਚੀ ਲੈ ਗਿਆ ਫਿਰ ਤੇਰੀ ਗੱਲ ਸੁਣਨੀ। ਪਰ ਜਿੱਥੋਂ ਤੱਕ ਹਾਕਮ ਦੀ ਗੱਲ ਆ, ਉਹ ਗਲਤ ਵੀ ਠੀਕ ਹੋਈ ਜਾਣੇ ਆ, ਉਹਨਾਂ ਨੇ ਗਲਤ ਪਰਚੇ ਵੀ ਕਰਾਉਣੇ ਆ, ਠੀਕ ਤੇ ਕੀ ਕਰ। ਇਸ ਕਰਕੇ ਜਦੋਂ ਇੰਨੀ ਮੈਨੀਪੂਲੇਸ਼ਨ ਵੱਧ ਜਾਏ ਸਿਸਟਮ ਦੀ, ਸਿਸਟਮ ਨੂੰ ਚੱਲਣ ਨਾ ਦਿੱਤਾ ਜਾਏ, ਤੇ ਉਹਦੇ 'ਚ ਬਿਊਰੋਕ੍ਰੇਸੀ ਵੀ ਜ਼ਿੰਮੇਵਾਰ ਹੈ। ਕਿਉਂ ਨਹੀਂ ਖੜੇ ਹੁੰਦੇ? ਇਹ ਡਟਣ ਇਹ ਵੀ ਆਪਣੇ ਤੌਰ ਤੇ ਕਿ ਨਹੀਂ, ਅਸੀਂ ਇੰਡੀਅਨ ਗਵਰਨਮੈਂਟ ਦੇ ਜਿਹੜੇ EMPLOYE ਹੈਗੇ ਆ, ਔਰ ਸਾਨੂੰ ਨੈਸ਼ਨਲ ਵੈਲਥ ਜਿਹੜਾ ਇੰਨਾ ਸਾਡੇ ਤੇ ਖਰਚਿਆ ਜਾਂਦਾ, ਇੰਨੀ ਸੁੱਖ ਸੁਵਿਧਾ ਦਿੱਤੀ ਜਾਂਦੀ ਆ, ਇੰਨੇ ਤੁਹਾਨੂੰ ਹਰ ਜਗ੍ਹਾ ਫੈਸਿਲਿਟੀ ਮਿਲਦੀ ਹੈ, ਕਿ ਆਪਣੇ ਕਾਨੂੰਨ ਦੇ ਬੱਦੇ ਕਿਉਂ ਨਹੀਂ ਕਰਦੇ? ਇਹ ਵੀ ਤੇ ਕੰਪਰੋਮਾਈਜ਼ ਕਰਕੇ ਕਰ ਰਹੇ ਆ ਨਾ। ਇਸ ਕਰਕੇ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਤੇ ਪੋਲੀਟੀਸ਼ੀਅਨਾਂ ਦੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਜੇ ਪੁਲਿਸ, ਮੈਂ ਚੰਗੇ ਤੋਂ ਚੰਗੇ ਬਿਊਰੋਕਰੇਟ ਨੂੰ ਜਾਣਦਾ, ਪਰ ਫਿਰ ਖੇਮਕਾ ਵਾਂਗੂ ਹਰ 6 ਮਹੀਨਿਆਂ ਬਾਅਦ ਉਹਨਾਂ ਦੀ ਟ੍ਰਾਂਸਫਰ ਹੁੰਦੀ ਰਹੂ, ਖੁੱਡੇ ਲਾਈਨ ਲਾ ਕੇ ਰੱਖਣਗੇ। ਇਹੋ ਜਿਹੇ ਬੰਦੇ ਤੇ ਹੈਗੇ ਆ। ਇਸ ਤਰ੍ਹਾਂ IPS ਅਫਸਰ ਬੜੇ ਚੰਗੇ, ਇੰਨੇ ਵਧੀਆ ਮਿਹਨਤੀ, ਪਰ ਉਹ ਹਮੇਸ਼ਾ ਖੁੱਡੇ ਲਾਈਨ ਲਾ ਕੇ, ਕਿਉਂਕਿ ਉਹ ਸਿਸਟਮ ਨੂੰ ਟੋ ਨਹੀਂ ਕਰਦੇ। ਸਭ ਤੋਂ ਵੱਧ ਬਿਲਕੁਲ ਜ਼ਿੰਮੇਵਾਰੀ ਮੈਂ ਬਾਰ-ਬਾਰ ਕਹਿੰਦਾ ਕਿ ਪੋਲੀਟੀਸ਼ੀਅਨਾਂ ਦੀ ਹੈ, ਪਰ ਥੱਲੇ ਜੇ ਬਿਊਰੋਕ੍ਰੇਸੀ ਇਕੱਠੀ ਹੋ ਕੇ, ਜਿਵੇਂ ਹੁਣ ਟਰਾਈ ਕੀਤੀ ਹੈ, ਜੇ ਕਹਿਣ ਕਿ ਅਸੀਂ ਕਾਨੂੰਨ ਦੇ ਨਾਲ ਚੱਲਾਂਗੇ, ਅਸੀਂ ਲੋਕਾਂ ਦੇ ਨਾਲ, ਅਸੀਂ ਲੋਕਾਂ ਦੀਆਂ ਗੱਲਾਂ ਕਰਾਂਗੇ, ਅਸੀਂ ਫੇਰ ਨਹੀਂ ਕੁਝ ਹੋ ਸਕਦਾ। ਹਾਂਜੀ ਗੁਰਪ੍ਰੀਤ ਜੀ, ਜਲਦੀ। ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ, ਮਨਜੀਤ ਸਿੰਘ ਜੀ ਨੇ ਬਹੁਤ ਗੱਲ ਵਧੀਆ ਕੀਤੀ, ਪਰ ਭਾਵੇਂ ਕੀ ਹੈ ਕਿ ਜਦੋਂ ਤੱਕ ਬਿਊਰੋਕ੍ਰੇਸੀ ਦੇ ਉੱਤੇ ਰਾਜਨੀਤਿਕ ਲੋਕਾਂ ਦਾ ਜੇ ਡੰਡਾ ਨਾ ਕਾਇਮ ਹੋਵੇ, ਤੇ ਬਿਊਰੋਕਰੇਟਸ ਵੀ ਭਾਈ ਸਾਹਿਬ ਸਿੱਧੇ ਮੂੰਹ ਕੰਮ ਨਹੀਂ ਕਰਦੇ। ਇਹ ਗੱਲ ਵੀ ਸੱਚਾਈ ਹੈ ਇੱਥੇ। ਇਹਨਾਂ ਦੇ ਉੱਤੇ ਰਹਿਣਾ ਬਹੁਤ ਜ਼ਰੂਰੀ ਆ। ਹੁਣ ਮੈਂ ਫੋਰ ਐਗਜ਼ਾਮਪਲ ਚੰਡੀਗੜ੍ਹ ਦੀ ਐਗਜ਼ਾਮਪਲ ਲੈ ਲੈਂਦੇ ਹਾਂ। ਚੰਡੀਗੜ੍ਹ ਦੇ ਵਿੱਚ ਇੱਕ MP ਦੀ ਸੀਟ ਹੈ, ਸਿਰਫ UT ਹੋਣ ਦੇ ਨਾਤੇ ਇੱਕ ਕਾਰਪੋਰੇਸ਼ਨ ਹੈ। ਹੁਣ ਉੱਪਰ ਉਹਨਾਂ ਦੇ ਉੱਤੇ ਕੋਈ ਕੰਟਰੋਲ ਨਹੀਂ, ਕਿਉਂਕਿ ਸੈਂਟਰ ਦਾ ਡਾਇਰੈਕਟ ਹੈਗਾ ਮਹਿਕਮਾ ਸਾਰਾ ਹੋਮ ਮਿਨਿਸਟਰੀ ਦੇ ਅੰਡਰ। ਇੱਥੇ 3 ਸਾਲ ਵਾਸਤੇ ਅਫਸਰ PCS IPS IAS ਆਉਂਦਾ, ਆ ਕੇ ਉਹਦੇ ਮਰਜ਼ੀ ਮੁਤਾਬਕ ਜੋ ਉਹਦਾ ਦਿਲ ਕਰਦਾ, ਜੋ ਉਹਨੂੰ ਠੀਕ ਲੱਗਦਾ, ਉਦਾਂ ਦੇ ਉਹ ਆਪਦੇ ਢੰਗ ਤਰੀਕੇ ਦੀਆਂ ਚੀਜ਼ਾਂ ਕਰਕੇ ਚੱਲ ਜਾਂਦਾ, ਔਰ ਪੂਰੀ ਮਨ ਦੀ ਮਰਜ਼ੀ ਕਰਦੇ, ਉਹਨੂੰ ਕੋਈ ਰੋਕ ਟੋਕ ਨਹੀਂ। ਚਲੋ ਚੈੱਕ ਤਾਂ ਹੋਣਾ ਚਾਹੀਦਾ, ਪਰ ਮਨਮਰਜ਼ੀ ਚੈੱਕ ਐਂਡ ਬੈਲੈਂਸ ਨਹੀਂ ਹੈ। ਔਰ ਉਹ ਕੀ ਹੈ ਕਿ ਕਈ ਵਾਰੀ ਧੱਕਾ ਵੀ ਕਰਦੇ ਆ ਆਪਣੇ। ਉਹਨਾਂ ਨੇ ਕੋਈ ਬਣਾਤਾ ਜੀ, ਆ ਹਾਊਸ ਟੈਕਸ ਦੇ ਉੱਤੇ ਆ ਬਣਾਤਾ, ਫਲਾਣੇ ਦੇ ਉੱਤੇ ਆ ਬਣਾਤਾ ਨਿਯਮ, ਉਹ ਭਾਵੇਂ ਲੋਕ ਉਹਦੇ 'ਚ ਮਰਦੇ ਖਪਦੇ ਰਹਿਣ। ਹੁਣ ਪਬਲਿਕ ਦੇ ਨੁਮਾਇੰਦੇ ਹੋਣ ਦੇ ਨਾਤੇ ਸਾਨੂੰ ਪਤਾ ਹੁੰਦਾ ਵੀ ਆਹ ਗੱਲ ਜਿਹੜੀ ਹੈ ਪਬਲਿਕ ਦੇ ਹੱਕ 'ਚ ਹੈਗੀ ਜਾਂ ਨਹੀਂ ਹੈਗੀ। ਉਹਨਾਂ ਡਰਾਇੰਗ ਰੂਮ 'ਚ ਬੈਠ ਕੇ ਆਪਣਾ ਕੋਈ ਬਣਾ ਕੇ ਚੱਲ ਜਾਂਦੇ ਨੇ। ਗਾਲਾਂ ਤਾਂ ਸਿਆਸਤਦਾਨਾਂ ਨੂੰ ਮਿਲਦੀਆਂ ਨੇ। ਸਿਆਸਤਦਾਨ ਵਿਚਾਰੇ ਪਿੱਟਦੇ ਮਰ ਜਾਂਦੇ ਆ, ਲੇਕਿਨ ਉਹ ਨਹੀਂ ਕਰਦੇ ਠੀਕ। ਉਹ 3 ਸਾਲ ਦਾ ਇੱਕ ਵਕਵਾ ਆਪਣਾ ਕੱਟ ਕੇ ਇੰਜੋਏ ਕਰਕੇ, ਚੰਡੀਗੜ੍ਹ ਤੇ ਆਉਂਦੇ ਹੀ ਇੰਜੋਏ ਕਰਨ ਵਾਸਤੇ ਕਰਕੇ ਤੇ ਗਾਂ ਜਾਂਦੇ। ਠੀਕ ਹੈ ਤਾਰਨੀ ਸਾਹਿਬ, ਇੱਕ ਹੋਰ ਗੱਲ, ਇੱਕ ਪਰਸੈਪਸ਼ਨ ਇਹ ਵੀ ਨਹੀਂ ਬਣੀ ਹੋਈ, ਅਕਸਰ ਹੀ ਅਸੀਂ ਕਹਿੰਦੇ ਕਿ ਤੂੰ ਇੱਥੇ DC ਲੱਗਿਆ ਹੋਇਆ, ਕਿ ਅਸੀਂ DC ਨੂੰ ਇੱਕ ਰੱਬ ਸਮਝਦੇ ਹਾਂ, DC ਨੂੰ ਕਹਿੰਦੇ ਕਿ ਜ਼ਿਲ੍ਹੇ ਦਾ ਉਹ
ਜੋ ਮੁਖੀ ਹੈਗਾ, ਸਵਾਲ ਨਹੀਂ ਤੁਸੀਂ ਕੋਈ ਕਰਨਾ। ਡਿਪਟੀ ਕਮਿਸ਼ਨਰ ਜੋ ਕਹਿਤਾ ਉਹਦੇ ਦਫ਼ਤਰ 'ਚ ਜਾਣ ਦੀ ਵੀ ਲੋਕਾਂ ਦੇ ਥਰ ਲੱਤਾਂ ਕੰਬਦੀਆਂ ਹਲੇ ਵੀ। ਅਸੀਂ ਕਿਉਂ ਨਹੀਂ ਉਹਨੂੰ ਇੱਕ ਪਬਲਿਕ ਸਰਵੈਂਟ ਵਜੋਂ ਦੇਖਦੇ? ਅਸੀਂ ਕਿਉਂ ਨਹੀਂ ਦੇਖਦੇ ਕਿ ਉਹ ਸਾਡੀ ਭਲਾਈ ਲਈ ਉੱਥੇ ਲੱਗਿਆ ਹੋਇਆ? ਅਸੀਂ ਜਾ ਕੇ ਸਵਾਲ ਕਰੀਏ ਜੇ ਕੋਈ ਗਲਤ ਗੱਲ ਹੈਗੀ ਹੈ। ਦੇਖੋ ਮੈਂ ਹਰਪ੍ਰੀਤ ਜੀ ਇੱਕ ਗੱਲ ਦੱਸਦਾ। ਇੱਕ ਤਾਂ ਇਹ ਹੈਗਾ ਕਿ ਬਿਲਕੁਲ ਮੈਂ ਪ੍ਰੈਕਟੀਕਲ ਗੱਲ ਕਰਦਾ ਕਿ ਇਹਨਾਂ ਨੇ ਗੱਲ ਕੀਤੀ ਹੈ ਖੁੱਡੇ ਲਾਈਨ ਵਾਲੀ ਗੱਲ ਕਿ ਖੇਮਕਾ ਨੂੰ ਜਿਹੜਾ ਹੈਗਾ ਹਰ 6 ਮਹੀਨੇ ਬਾਅਦ ਬਦਲੀ ਹੋ ਜਾਂਦੀ ਸੀ। ਮੈਂ ਇੱਕ ਪ੍ਰੋਫੈਸਰ ਸਾਹਿਬ ਨੂੰ ਗੱਲ ਪੁੱਛਣੀ ਚਾਹੁੰਦਾ ਵੀ ਜੇ ਪ੍ਰੋਫੈਸਰ ਸਾਹਿਬ ਨੂੰ ਪਟਿਆਲੇ ਦੀ ਥਾਂ ਜਲੰਧਰ ਲਾ ਦੇਣ ਜਾਂ ਦਿੱਲੀ ਲਾ ਦੇਣ ਜਾਂ ਕਿਤੇ ਲਾ ਦੇਣ, ਇਹਨਾਂ ਨੂੰ ਤਨਖਾਹ 19 ਦੀ 19 ਹੀ ਮਿਲਣੀ ਹੈ ਐਜ਼ ਪ੍ਰੋਫੈਸਰ। ਔਰ ਇਹਨਾਂ ਦੀਆਂ ਜਿਹੜੀਆਂ ਟੀਏ ਡੀਏ ਵਗੈਰਾ ਜਿਹੜੇ ਹੈਗੇ ਆ ਉਹ ਵੀ ਸਾਰਾ ਕੁਝ ਉਵੇਂ ਹੀ ਮਿਲਣਾ ਹੈਗਾ। ਇਹ ਬਲੇਮ ਕਰ ਰਹੇ ਹੈਗੇ ਆ ਜਿਹੜੇ ਪੋਲੀਟੀਕਲ ਲੋਕ ਹੈਗੇ ਆ ਵੀ ਪੋਲੀਟੀਕਲ ਡੀਸੀ ਲੱਗਣਾ ਕੌਣ ਚਾਹੁੰਦੇ ਹੈਗੇ ਆ, ਉਹ ਕਿਉਂ ਉਹ ਲੱਗਣਾ ਚਾਹੁੰਦੇ ਹੈਗੇ ਆ, ਕੀ ਉਹਨਾਂ ਦੇ ਪਿੱਛੇ ਉਹਨਾਂ ਦੇ ਅੰਦਰਾਂ ਦੇ ਵਿੱਚ ਮਨਸ਼ਾ ਕੀ ਹੈਗੀ ਆ, ਕਿਉਂ ਉਹ ਚਾਹੁੰਦੇ ਆ ਵੀ ਮੈਂ ਡੀਸੀ ਲੱਗਾ, ਮੈਂ ਜ਼ਿਲ੍ਹੇ ਦਾ ਮੁਖੀ ਲੱਗਾ? ਕੀ ਉਹ ਸੇਵਾ ਵਾਸਤੇ ਆਉਂਦੇ ਆ ਜਾਂ ਕਿਸੇ ਹੋਰ ਉਹਨਾਂ ਦਾ ਪਰਪਸ ਹੁੰਦਾ? ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਤਾਂ ਫਿਰ ਸਿਆਸਤਦਾਨਾਂ ਤੇ ਵੀ ਹੈ। ਕਿਉਂ ਮੁੱਖ ਮੰਤਰੀ ਬਣਨਾ ਚਾਹੁੰਦੇ ਆ, ਕਿਉਂ ਵਿਧਾਇਕ ਬਣਨਾ ਚਾਹੁੰਦੇ, ਕਿਉਂ ਕੈਬਨਿਟ ਮੰਤਰੀ ਬਣਨਾ ਚਾਹੁੰਦੇ ਆ? ਉਹਨਾਂ ਦੀ ਮਨਸ਼ਾ ਤਾਂ ਜਗ ਜ਼ਾਹਰ ਹੈ। ਡਿਪਟੀ ਕਮਿਸ਼ਨਰ ਦੀ ਤਾਂ ਹਾਲੇ ਹਰ ਇੱਕ ਨੂੰ ਚੰਗਾ ਲੱਗਦਾ ਜੀ, ਮੈਨੂੰ ਜਵਾਬ ਦੇ ਅੱਗੇ ਵਧਣਾ ਹਰ ਇੱਕ ਨੂੰ ਚੰਗਾ ਲੱਗਦਾ ਤੇ ਕੁਦਰਤ ਦਾ ਨਹੀਂ ਹੈ। ਡਿਪਟੀ ਕਮਿਸ਼ਨਰ ਤਾਂ ਆਪਣੀ ਕਾਬਲੀਅਤ ਨਾਲ ਡਿਪਟੀ ਕਮਿਸ਼ਨਰ ਬਣੇਗਾ। ਤੁਸੀਂ ਮੈਨੂੰ ਤੇ ਸਵਾਲ ਕਰਤਾ, ਮੇਰਾ ਸਵਾਲ ਪਹਿਲਾਂ ਮੈਨੂੰ ਬੋਲ ਲੈਣ ਦਿਓ, ਬੋਲ ਲੈਣ ਦਿਓ। ਨਹੀਂ ਬੋਲਿਓ ਜ਼ਰੂਰ ਤੁਸੀਂ, ਪਰ ਜਿਹੜਾ ਸਵਾਲ ਮੈਨੂੰ ਕੀਤਾ ਉਹਦਾ ਜਵਾਬ ਮੈਂ ਜਵਾਬ ਵਾਲੇ ਕਰਤਾ ਲੈਣ ਦਿਓ, ਜਵਾਬ ਲੈ ਲੈਣ। ਦੇਖੋ ਕੋਈ ਡੀਸੀ ਜਿਹੜਾ ਨਹੀਂ ਲੱਗਦਾ ਹੈਗਾ ਆਈਐਸ ਬਣਦਾ ਹੈਗਾ, ਉਹਨੂੰ ਇਹ ਸੋਚਣਾ ਚਾਹੀਦਾ ਵੀ ਮੈਂ ਆਈਐਸ ਬਣਿਆ ਹੈਗਾ। ਡੀਸੀ ਲਈ ਤਾਂ ਉਹਦੀ ਦੌੜ ਹੋ ਜਾਂਦੀ ਹੈ ਸ਼ੁਰੂ, ਫਿਰ ਉਹ ਚਾਹੇ ਮੈਂ ਇਹ ਸਮਝਦਾ ਹੈਗਾ ਕਿ ਚਾਹੇ ਉਹ ਪੋਲੀਟੀਕਲ ਲੋਕ ਹੈਗੇ ਆ ਉਹਨਾਂ ਦੇ ਪਿੱਛੇ ਘੁੰਮਦਾ ਹੈਗਾ, ਚਾਪਲੂਸੀਆਂ ਕਰਦਾ ਹੈਗਾ ਜਾਂ ਉਹਨਾਂ ਦੇ ਦਿਮਾਗਾਂ ਦੇ ਵਿੱਚ। ਔਰ ਦੂਜੀ ਗੱਲ, ਹੁਣ ਤੁਸੀਂ ਪਬਲਿਕ ਦੀ ਗੱਲ ਆ ਜਾਓ। ਦੇਖੋ ਇੱਕ ਗੱਲ ਸਾਡੇ ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਬਣ ਗਈ ਕਿ ਜੇ ਛੋਟੀ ਤੋਂ ਛੋਟੀ ਗੱਲ ਹੈਗੀ ਆ ਜਾ ਕੇ ਸਿੱਧੀ ਐਪਲੀਕੇਸ਼ਨ ਲੈ ਕੇ ਜਾਂ ਐਸਐਸਪੀ ਦੇ ਪੇਸ਼ ਹੋਣਗੇ ਜਾਂ ਡੀਸੀ ਦੇ ਪੇਸ਼ ਹੋਣਗੇ। ਦੇਖੋ ਥੱਲੇ ਐਸਐਚਓ ਬੈਠਾ ਉਹਦੇ ਕੋਈ ਨਹੀਂ ਜਾਂਦਾ, ਡੀਐਸਪੀ ਬੈਠਾ ਉਹਦੇ ਕੋਈ ਨਹੀਂ ਜਾਂਦਾ, ਐਸਪੀ ਬੈਠਾ ਉਹਦੇ ਕੋਈ ਨਹੀਂ ਜਾਂਦਾ, ਸਿੱਧੇ ਐਸਐਸਪੀ ਦੇ। ਇੱਧਰ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਨਾ, ਇੱਧਰ ਤਹਿਸੀਲਦਾਰ ਦੇ ਕੋਈ ਨਹੀਂ ਜਾਂਦਾ, ਐਸਡੀਐਮ ਦੇ ਕੋਈ ਨਹੀਂ ਜਾਂਦਾ, ਸਿੱਧਾ ਡੀਸੀ ਦੇ ਜਾਂਦਾ ਹੈਗਾ। ਦੇਖੋ ਐਟਲੀਸਟ ਤੁਸੀਂ ਪੌੜੀਆਂ ਚੜੋ ਤਾਂ ਸਹੀ ਨਾ, ਆਪਣੇ ਆਪ ਸ਼ੁਰੂ ਹੋ ਜਾਊਗਾ। ਜੇ ਤੁਸੀਂ ਫੇਰ ਅੱਗੇ ਜਾਓ, ਫੇਰ ਜਾਓ। ਹੁਣ ਜੇ ਅੱਜ ਪੰਜਾਬ ਮਤਲਬ ਇੱਕ ਜ਼ਿਲ੍ਹੇ ਦੀ ਮੰਨ ਲਓ, ਸਾਡੇ ਫਤਿਹਗੜ੍ਹ ਸਾਹਿਬ ਦੀ ਲਾ ਲਓ, 10,000 ਐਪਲੀਕੇਸ਼ਨ ਹੈ, 10,000 ਬੰਦਾ ਜਾ ਕੇ ਡੀਸੀ ਦੇ ਕਮਰੇ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰੇ। ਦੇਖੋ ਡੀਸੀ ਨੂੰ 3 ਤਰ੍ਹਾਂ ਦੀਆਂ ਪਾਵਰਾਂ ਹੁੰਦੀਆਂ, ਜੁਡੀਸ਼ੀਅਲ, ਐਡਮਿਨਿਸਟ੍ਰੇਟਰ ਐਂਡ ਐਗਜ਼ੈਕਟਿਵ। ਹੁਣ 3 ਡਿਊਟੀਆਂ ਉਹਨੇ ਨਿਭਾਉਣੀਆਂ ਹੈਗੀਆਂ। ਦੇਖੋ ਕਿਤੇ ਨਾ ਕਿਤੇ ਤੁਹਾਨੂੰ ਇਹ ਗੱਲਾਂ ਮੰਨਣੀਆਂ ਪੈਣਗੀਆਂ ਕਿ ਪ੍ਰੋਬਲਮਸ ਤਾਂ ਹੈਗੀਆਂ, ਇੱਕ ਡੈਕੋਰਮ, ਇੱਕ ਪ੍ਰੋਟੋਕਾਲ, ਸਾਰਾ ਕੁਝ ਹੈਗਾ। ਜੇ ਤੁਸੀਂ ਕਹੋ ਨਾ ਬਈ ਜੇ ਕਿਸੇ ਨੂੰ ਜਿਹੜਾ ਹੈਗਾ ਐਮਐਲਏ ਬਣਾਤਾ ਵੀ ਉਹ ਜੋ ਭਾਸ਼ਾ ਚਾਹੂਗਾ ਉਹ ਭਾਸ਼ਾ ਯੂਜ਼ ਕਰੂਗਾ ਕਿਸੇ ਦੇ ਖਿਲਾਫ, ਇਹ ਨਹੀਂ ਗੱਲਾਂ ਹੁੰਦੀਆਂ ਹੈਗੀਆਂ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਸਹੀ ਤਰੀਕੇ ਨਾਲ ਵਰਤਣੀਆਂ ਪੈਣਗੀਆਂ, ਸਹੀ ਚੱਲਣਾ। ਮੇਰੇ ਕੋਲ ਸਮਾਂ ਘੱਟ। ਹਾਂ ਬਿਲਕੁਲ, ਜਿਸ ਤਰ੍ਹਾਂ ਸਾਰੀ ਦੀ ਸਾਰੀ ਰਾਜਨੀਤਿਕ ਸੱਤਾ ਚੀਫ ਮਿਨਿਸਟਰ ਕੋਲ ਕੰਸੈਂਟਰੇਟ ਹੋ ਜਾਂਦੀ, ਜਿਹਨੂੰ ਮਰਜ਼ੀ ਕੈਬਨਿਟ ਮਿਨਿਸਟਰ ਬਣਾਏ, ਜੋ ਮਰਜ਼ੀ ਕਰੇ, ਇਸੇ ਤਰੀਕੇ ਨਾਲ ਸਾਰੀ ਜ਼ਿਲ੍ਹੇ ਦੀ ਤਾਕਤ ਡੀਸੀ ਦੇ ਕੋਲ ਆ। ਉਹ ਥੱਲੇ ਕਿਸੇ ਦੀ ਚੱਲਦੀ ਨਹੀਂ, ਉਹਨਾਂ ਨੇ ਵੀ ਉੱਥੇ ਮੁੜ ਕੇ ਭੇਜਣਾ। ਜੇ ਡੀਸੀ ਸਟੈਂਡਿੰਗ ਇੰਸਟਰਕਸ਼ਨ ਦੇ ਕੇ ਰੱਖੇ ਕਿ ਖਬਰ ਮੇਰੇ ਕੋਲ ਕਿਸੇ ਨੂੰ ਆਉਣ ਦੀ ਲੋੜ ਨਹੀਂ, ਆਪਣੇ ਦਫ਼ਤਰ 'ਚ ਕਹਿ ਕੇ ਰੱਖੇ ਕਿ ਜਿਹਦਾ ਕੰਮ ਉਹ ਜਿਹੜਾ ਪ੍ਰੋਪਰ ਅਫਸਰ ਆ ਉਹਨੂੰ ਤਾਕਤ ਦਿੱਤੀ ਹੋਵੇ, ਕੰਮ ਕਰਨ ਦਾ ਫੈਸਲੇ ਲੈਣ ਦੀ ਤਾਕਤ ਦਿੱਤੀ ਹੋਵੇ, ਤੇ ਉਹ ਉੱਥੇ ਨਹੀਂ ਜਾਣਗੇ। ਇੱਕ ਮਿੰਟ ਮੇਰੀ ਗੱਲ ਸੁਣ। ਇੱਕ ਕੀ ਫਾਰਮਲ ਗੱਲਾਂ ਆ ਨਾ, ਅਸੀਂ ਫਾਰਮਲ ਗੱਲਾਂ ਕਰ ਰਹੇ ਕਿ ਕਾਨੂੰਨ ਕੀ ਕਹਿੰਦਾ। ਕਾਨੂੰਨ ਦੀ ਨਹੀਂ ਗੱਲ ਹੈਗੀ, ਕਾਨੂੰਨ ਦੀ ਨਹੀਂ ਗੱਲ ਹੈਗੀ। ਐਕਚੁਅਲੀ ਕੰਮ ਇੰਜ ਹੀ ਹੁੰਦੇ ਜਿਵੇਂ ਲੋਕਾਂ ਨੂੰ ਪਤਾ ਕਿ ਇੱਥੋਂ ਹੀ ਹੋਣਾ, ਉਹ ਥੱਲੇ ਜਾ ਕੇ ਵੀ ਮੁੜ ਕੇ ਉੱਪਰ ਆਉਣਾ ਪੈਣਾ। ਦੂਜੀ ਗੱਲ, ਇੰਨਾ ਲਾਲਚ ਹੋ ਗਿਆ ਸਾਡੀ ਬਿਊਰੋਕ੍ਰੇਸੀ ਨੂੰ, ਆਈਏਐਸ ਨੂੰ, ਪੀਸੀਐਸ ਅਫਸਰ ਨੂੰ ਤੇ ਜੱਜਾਂ ਨੂੰ, ਵਿੱਚੇ ਸਾਰਿਆਂ ਨੂੰ। ਉਹ ਜਾ ਕੇ ਕਹਿੰਦੇ ਆ ਕਿ ਜਦੋਂ ਰਿਟਾਇਰਮੈਂਟ ਦੇ ਨੇੜੇ ਕੀ ਕਰਤੂਤਾਂ ਕਰਦੇ ਸਾਰੇ ਜਾ ਕੇ, ਸਾਨੂੰ ਇੱਥੇ ਐਮਐਲਏ ਬਣਾਉਣ, ਸਾਨੂੰ ਮਿਨਿਸਟਰ ਬਣਾਉਣ, ਕਿੰਨੇ ਜਾ ਕੇ ਖੜੇ ਹੁੰਦੇ ਆ ਜਾ ਕੇ ਇਲੈਕਸ਼ਨਾਂ ਦੇ ਵਿੱਚ, ਆ ਕਿਹੜੇ ਚੇਅਰਮੈਨ ਬਣਦੇ ਆ ਪਿੱਛੇ ਜਿਹੇ ਜਿਹੜੇ। ਇਸ ਕਰਕੇ ਸਾਡੇ ਦੇਸ਼ ਦੀ ਹਾਲਤ ਇੰਨੀ ਵਿਗੜ ਚੁੱਕੀ ਹੈ ਕਿ ਹਰ ਕੋਈ ਲਾਲਾਂ ਸੁੱਟੀ ਜਾਂਦਾ ਰਾਜਨੀਤਿਕ ਸੱਤਾ ਲਈ ਆਪਣੇ ਸੋ। ਸਮਾਂ ਘੱਟ। ਹਾਂਜੀ ਇੱਕ ਸੈਕਿੰਡ ਦੇਖੋ, ਜੁਡੀਸ਼ਰੀ ਹੈਗੀ ਆ, ਉਹਦੇ ਵਿੱਚ ਵੀ ਕੋਈ ਪ੍ਰੋਸੀਜਰ ਹੈਗਾ। ਕੋਈ ਕੇਸ ਇਹ ਨਹੀਂ ਹੈਗਾ ਵੀ ਸਿੱਧਾ ਸੈਸ਼ਨ ਜੱਜ ਦੇ ਚੱਲ ਜਾਣਾ ਆ, ਹਾਈ ਕੋਰਟ ਦੇ ਵਿੱਚ ਚਲੇ ਜਾਣਾ। ਜਿਸ ਪ੍ਰੋਸੀਜਰ ਦੇ ਨਾਲ ਹੋਣਾ ਉਸ ਪ੍ਰੋਸੀਜਰ ਦੇ ਨਾਲ ਹੀ ਚੱਲਣਾ। ਜੇ ਐਸਐਸਪੀ ਨਹੀਂ ਚਾਹੂਗਾ ਕਿ ਲੋਕ ਮੇਰੇ ਕੰਨੀ ਨੂੰ ਆਉਣ,
ਉਹ ਕਹੇ ਵੀ ਭਾਈ ਪਹਿਲਾਂ ਤੂੰ ਐਸਐਚਓ ਕੋਲ ਜਾ ਕੇ ਆ, ਜੇ ਨਹੀਂ ਕੰਮ ਕਰੂਗਾ ਫੇਰ ਮੈਨੂੰ ਆ ਕੇ ਦੱਸੀ। ਪਰ ਲੋਕ ਐਸਐਸਪੀ ਕੋਲ ਜਾਂਦੇ ਵੀ ਤੂੰ ਐਸਐਚਓ ਨੂੰ ਲਿਖ, ਉਹ ਥੱਲੇ ਨੂੰ ਲਿਖ ਦਿੰਦਾ ਐਸਐਚਓ ਟੂ ਇਨਕੁਆਇਰ ਦਾ ਮੈਟਰ। ਸੋ ਇਸ ਕਰਕੇ ਇਹ ਚੀਜ਼ਾਂ ਦੂਰ ਕਰਨੀਆਂ ਪੈਣਗੀਆਂ, ਨਹੀਂ ਅਦਰਵਾਈਜ਼ ਇੱਕ ਗੱਲ ਕਲੀਅਰ ਆ। ਦੇਖੋ ਹਰਪ੍ਰੀਤ ਜੀ, ਲੋਕ ਅੱਜ ਉੱਠ ਜ਼ਰੂਰ ਖੜੇ ਤੇ ਲੋਕ ਜਿਹੜੇ ਹੈਗੇ ਇਸ ਤਰ੍ਹਾਂ ਹੀ ਗੱਲ ਪਿਆ ਕਰਨਗੇ। ਅੱਜ ਸਿਮਰਜੀਤ ਪਿਆ, ਕੱਲ ਨੂੰ ਕੋਈ ਹੋਰ ਪਊ। ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦੇ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਪਰ ਇਹਦੇ ਵਿੱਚ ਵੀ ਦੋ ਚੀਜ਼ਾਂ ਨੇ, ਜੇ ਸਿੱਧਾ ਬੰਦਾ ਐਸਐਸਪੀ ਕੋਲ ਜਾਂਦਾ ਹੈ ਤਾਂ ਉਹਦੇ ਪਿੱਛੇ ਧਾਰਨਾ ਇਹ ਹੈ ਕਿ ਥੱਲੇ ਉਹਦਾ ਕੰਮ ਨਹੀਂ ਹੋਣਾ, ਜੇ ਐਸਐਸਪੀ ਦੇ ਥਰੂ ਥੱਲੇ ਲੈਟਰ ਆਉਂਦੀ ਤਾਂ ਸ਼ਾਇਦ ਉਹਦਾ ਕੰਮ ਹੋ ਜੇ। ਇਹ ਦੋਵੇਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਪੈਣਾ। ਕਿਉਂ ਨਾ ਅਸੀਂ ਉਹਨਾਂ ਧਿਰਾਂ ਨੂੰ, ਕਿਉਂ ਨਾ ਅਸੀਂ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰੀਏ ਕਿ ਜਿਹੀ ਨੌਬਤ ਹੀ ਨਾ ਆਵੇ ਕਿ ਇੱਕ ਡਿਪਟੀ ਕਮਿਸ਼ਨਰ ਦੇ ਗੱਲ ਵਿਧਾਇਕ ਪੈਂਦਾ ਹੈ ਤੇ ਇੱਕ ਅਫਸਰ ਦੇ ਖਿਲਾਫ ਕੋਈ ਮੰਤਰੀ ਕਾਰਵਾਈ ਕਰਦਾ ਹੈ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਨਾਲ। ਧੰਨਵਾਦ।